ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 13 ਅਗਸਤ ਹੈ ਤੇ ਦਿਨ ਸ਼ੁੱਕਰਵਾਰ ਹੈ। ਅੱਜ ਦੀਆਂ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਕੁਝ ਖਾਸ ਖਬਰਾਂ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ ਜੇ ਮੌਸਮ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਰਾਤ ਤੋਂ ਹਲਕਾ ਮੀਂਹ ਪੈਣਾ ਸ਼ੁਰੂ ਹੋਇਆ ਤੇ ਮੌਸਮ ਖੁਸ਼ਗਵਾਰ ਹੋਇਆ ਪਿਆ ਤੇ ਮੌਸਮ ਦੇ ਨਾਲ ਸੰਬੰਧਿਤ ਬਾਕੀ ਜਾਣਕਾਰੀ ਅਸੀਂ ਤੁਹਾਨੂੰ 9 ਵਜੇ ਦੇ ਵੈਦਰ ਬੁਲੇਟਿਨ ਦੇ ਵਿੱਚ ਦੱਸਾਂਗੇ। ਦਿੱਲੀ ਤੋਂ ਵਾਪਸ ਪਰਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਓਲੰਪਿਕਸ ਤਗਮਾ ਜੇਤੂ ਖਿਡਾਰੀਆਂ ਤੇ ਕਰੋੜਾਂ ਰੁਪਏ ਦੀ ਬੌਛਾੜ ਕਰ ਦਿੱਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਵੀਪੀ ਸਿੰਘ ਬਦਨੌਰ ਸਮੇਤ ਖੇਡ ਮੰਤਰੀ ਅਤੇ ਪੰਜਾਬ ਦੇ ਹੋਰ ਕਈ ਮੰਤਰੀ ਇਸ ਸਨਮਾਨ ਸਮਾਰੋਹ ਦੇ ਵਿੱਚ ਸ਼ਾਮਿਲ ਹੋਏ। ਹਾਕੀ ਖਿਡਾਰੀਆਂ ਨੂੰ 2.5 ਕਰੋੜ ਰੁਪਏ ਦੇ ਇਨਾਮ ਦਿੱਤੇ ਗਏ ਅਤੇ ਓਲੰਪਿਕਸ ਤਗਮਾ ਜੇਤੂਆਂ ਤੇ ਓਲੰਪਿਕਸ ਦੇ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ 28 ਕਰੋੜ 36 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਗਿਆ। ਤੇ ਖਾਸ ਗੱਲ ਇਹ ਦੇਖਣ ਨੂੰ ਰਹੀ ਕਿ ਜਿਹੜੇ ਵੀ ਖਿਡਾਰੀ ਨੂੰ ਸਟੇਜ ਤੇ ਸਨਮਾਨਿਤ ਕਰਨ ਦੇ ਲਈ ਬੁਲਾਇਆ ਜਾਂਦਾ ਸੀ ਉਸੇ ਵਕਤ ਉਹਨਾਂ ਦੇ ਅਕਾਊਂਟ ਦੇ ਵਿੱਚ ਬਟਨ ਦਬ ਕੇ ਪੈਸੇ ਟ੍ਰਾਂਸਫਰ ਕੀਤੇ ਗਏ। ਜ਼ਿਆਦਾਤਰ ਇਹ ਹੁੰਦਾ ਕਿ ਜਦੋਂ ਸਨਮਾਨਿਤ ਕਰਨਾ ਹੁੰਦਾ ਹੈ ਸਰਕਾਰ ਦੇ ਵੱਲੋਂ ਕਿਸੇ ਨੂੰ ਵੀ ਨਗਦ ਰਾਸ਼ੀ ਦੇ ਨਾਲ ਤਾਂ ਚੈੱਕ ਜਿਹੜਾ ਉਹ ਫੜਾ ਦਿੱਤਾ ਜਾਂਦਾ ਪਰ ਪੈਸੇ ਜਿਹੜੇ ਬਾਅਦ ਚ ਟ੍ਰਾਂਸਫਰ ਹੁੰਦੇ ਨੇ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਤਗਮਾ ਜੇਤੂਆਂ ਨੂੰ ਨੌਕਰੀਆਂ ਦੇਣ ਦੇ ਲਈ ਰੂਪਰੇਖਾ ਤਿਆਰ ਕਰਨ ਦਾ ਵੀ ਐਲਾਨ ਕਰ ਦਿੱਤਾ ਅਤੇ ਹਾਕੀ ਦੇ ਜਿਹੜੇ ਖਿਡਾਰੀ ਹੈਗੇ ਨੇ, ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ, ਉਹਨਾਂ ਨੂੰ SP ਬਣਾਉਣ ਦਾ ਐਲਾਨ ਵੀ ਕਪਤਾਨ ਨੇ ਕਰ ਦਿੱਤਾ। ਰਾਜਪਾਲ ਨੇ ਇੱਛੁਕ ਖਿਡਾਰੀਆਂ ਨੂੰ ਚੰਡੀਗੜ੍ਹ ਪੁਲਿਸ ਵਿੱਚ ਭਰਤੀ ਹੋਣ ਦੀ ਪੇਸ਼ਕਸ਼ ਵੀ ਕੀਤੀ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਤਾਂ ਹੁਣ ਐਲਾਨ ਕਰ ਹੀ ਦਿੱਤਾ ਹੈ ਕਿ ਅਗਲੇ ਸੈਸ਼ਨ ਦੇ ਵਿੱਚ ਬਿਜਲੀ ਸਮਝੌਤੇ ਰੱਦ ਕਰਾਂਗੇ। ਯਾਨੀ ਕਿ ਸਿੱਧੂ ਨੇ ਸਿੱਧਾ ਕੈਪਟਨ ਅਮਰਿੰਦਰ ਸਿੰਘ ਤੇ ਮੁੜ ਦਬਾਅ ਪਾਉਣ ਦੀ ਕੋਸ਼ਿਸ਼ ਵਾਲਾ ਬਿਆਨ ਦਿੱਤਾ ਹੈ ਤੇ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਵੀ ਗੈਰ ਸੰਵਿਧਾਨਿਕ ਦੱਸਿਆ ਹੈ। ਕੱਲ ਸਿੱਧੂ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਆਪਣੇ ਹਲਕੇ ਦੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸੀ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਵਿੱਚ ਹੋਲੇ ਮਹੱਲੇ ਮੌਕੇ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਚੋਂ 14 ਜਣਿਆਂ ਦੀ ਰਿਹਾਈ ਦਾ ਰਾਹ ਪੱਧਰਾ ਹੋ ਗਿਆ। ਇਸ ਦੀ ਜਾਣਕਾਰੀ DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਸੂਬੇ ਦੇ ਗ੍ਰਹਿ ਮੰਤਰੀ ਦਲੀਪ ਵਾਲਸੇ ਪਾਟਿਲ ਤੇ DGP ਦੇ ਨਾਲ ਮੁਲਾਕਾਤ ਹੋਈ ਸੀ ਤੇ ਹੁਣ ਮਹਾਰਾਸ਼ਟਰ ਦੇ IG ਨੇ ਮੰਨ ਲਿਆ ਕਿ 14 ਨੌਜਵਾਨ ਬਿਲਕੁਲ ਬੇਕਸੂਰ ਨੇ। ਇਹਨਾਂ ਦਾ ਹੋਲਾ ਮਹੱਲਾ ਤੇ ਹੋਈ ਹਿੰਸਾ ਨਾਲ ਕੋਈ ਵੀ ਜਿਹੜਾ ਹੈਗਾ ਕਸੂਰ ਨਹੀਂ ਹੈ ਇਹਨਾਂ ਦਾ। ਪੰਜਾਬ ਦੀਆਂ ਸਰਕਾਰਾਂ ਦੀ ਅਣਗਹਿਲੀ ਦੇ ਕਾਰਨ ਸੂਬੇ ਦੇ ਵਿੱਚ ਪਿਛਲੇ 11 ਸਾਲਾਂ ਦੇ ਵਿੱਚ ਸਰਕਾਰੀ ਏਜੰਸੀ ਵੱਲੋਂ ਖਰੀਦੀ ਗਈ 14,36,000 ਟਨ ਤੋਂ ਵੱਧ ਕਣਕ ਖਰਾਬ ਹੋ ਗਈ ਹੈ, ਜਿਸ ਨੂੰ ਮਨੁੱਖੀ ਵਰਤੋਂ ਲਈ ਅਯੋਗ ਕਰਾਰ ਦਿੱਤਾ ਗਿਆ ਹੈ। ਵਪਾਰੀ ਅਰੁਣ ਕੁਮਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਈਮੇਲ ਭੇਜ ਕੇ 11 ਸਾਲਾਂ ਦੌਰਾਨ ਖਰਾਬ ਹੋਈ ਕਣਕ ਸੰਬੰਧੀ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪੇਸ਼ਗੀ ਜ਼ਮਾਨਤ ਮਨਜ਼ੂਰ ਕਰਕੇ ਸੁਮੇਧ ਸੈਣੀ ਨੂੰ ਵੱਡੀ ਰਾਹਤ ਦਿੱਤੀ ਹੈ। ਕੱਲ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਨਾਨਕ ਮਤਾ ਦੀ ਪ੍ਰਬੰਧਕੀ ਕਮੇਟੀ ਨੂੰ ਤਨਖਾਹ ਲਾਈ ਗਈ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੇਵਾ ਸਿੰਘ, ਜਨਰਲ ਸਕੱਤਰ ਧੰਨਾ ਸਿੰਘ ਤੇ ਕਾਰ ਸੇਵਾ ਵਾਲੇ ਬਾਬਾ ਤਰਸੇਮ ਸਿੰਘ ਨੂੰ ਮਰਿਆਦਾ ਭੰਗ ਕਰਨ ਦੇ ਦੋਸ਼ ਵਿੱਚ 15 ਦਿਨ ਕਥਾ ਸੁਣਨ, ਸੰਗਤ ਦੇ ਜੋੜੇ ਝਾੜਨ, ਝੂਠੇ ਬਰਤਨ ਸਾਫ਼ ਕਰਨ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਝਾੜੂ ਮਾਰਨ ਦੀ ਤਨਖਾਹ ਲਾਈ ਗਈ ਹੈ। ਇਹ ਸੇਵਾ ਉਹਨਾਂ ਨੂੰ ਗੁਰਦੁਆਰਾ ਨਾਨਕ ਮਤਾ ਵਿਖੇ ਹੀ ਪੂਰੀ ਕਰਨ ਦੇ ਹੁਕਮ ਦਿੱਤੇ ਗਏ ਨੇ। ਇਸ ਮੌਕੇ ਇਹ ਦੇਖਣ ਨੂੰ ਮਿਲਿਆ ਕਿ ਗੁਰਦੁਆਰਾ ਕਮੇਟੀ ਦੇ ਇੱਕ ਆਗੂ ਜਸਵਿੰਦਰ ਸਿੰਘ ਗਿੱਲ ਨੂੰ ਦਾੜੀ ਰੰਗਣ ਦੇ ਦੋਸ਼ ਹੇਠ ਇੱਕ ਹਫ਼ਤੇ ਵਿੱਚ 5 ਪਿਆਰਿਆਂ ਕੋਲ ਪੇਸ਼ ਹੋ ਕੇ ਖਿਮਾ ਯਾਚਨਾ ਕਰਨ ਲਈ ਕਿਹਾ ਗਿਆ, ਪਰ ਉਸਨੇ ਤੁਰੰਤ ਆਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਸਿੱਖ ਸੰਗਤ ਨੂੰ ਇਸ ਵਿਅਕਤੀ ਨਾਲ ਸੰਬੰਧ ਨਾ ਰੱਖਣ ਦਾ ਹੁਕਮ ਸੁਣਾਇਆ ਗਿਆ। ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਦੇ ਵਿੱਚ ਜਿਹੜਾ ਪਹਾੜ ਖਿਸਕਣ ਦੇ ਕਾਰਨ ਹਾਦਸਾ ਵਾਪਰਿਆ ਸੀ, ਉਸ ਦੇ ਵਿੱਚ ਰਾਹਤ ਕਾਰਜ ਹਾਲੇ ਵੀ ਚੱਲ ਰਹੇ ਨੇ, ਪਰ ਹਾਲੇ ਤੱਕ ਸਿਰਫ 14 ਜਣਿਆਂ ਦੀਆਂ ਲਾਸ਼ਾਂ ਹੀ ਮਿਲੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਮੁੱਖ ਮੰਤਰੀ ਕੈਪਟਨ ਨੂੰ ਚਿੱਠੀ ਲਿਖ ਕੇ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਦੇ ਲਈ ਮਦਦ ਕਰਨ ਦੀ ਮੰਗ ਕੀਤੀ ਹੈ। ਲੁਧਿਆਣੇ ਦੇ ਵਿੱਚ 3 ਮੰਜ਼ਲਾ ਇਮਾਰਤ ਡਿੱਗਣ ਕਾਰਨ 7 ਲੋਕ ਜ਼ਖਮੀ ਹੋ ਗਏ, 3 ਦੀ ਹਾਲਤ ਗੰਭੀਰ ਹੈ। ਨੇੜੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਸੁਖਦੇਵ ਸਿੰਘ ਢੀਂਡਸਾ ਨੇ ਤੀਸਰੇ ਫਰੰਟ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਆਜ਼ਾਦ ਸਮਾਜ ਪਾਰਟੀ, ਕਾਂਸ਼ੀਰਾਮ ਭੀਮ ਆਰਮੀ, ਸ਼੍ਰੋਮਣੀ ਅਕਾਲੀ ਦਲ, ਕਿਰਤੀ ਜਨਤਾ ਦਲ, ਸੈਕੂਲਰ ਜਨਤਾ ਦਲ U ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਨਾਲ ਗੱਠਜੋੜ ਹੋ ਗਿਆ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਰਲ ਕੇ
2022 ਦੀਆਂ ਚੋਣਾਂ ਲੜਨਗੀਆਂ। ਲੁਧਿਆਣਾ ਦੇ ਵਿੱਚ ਸ਼ਹੀਦ ਸੁਖਦੇਵ ਦਾ ਘਰ ਸਾਂਭਣ ਦਾ ਐਲਾਨ ਕਰਨ ਤੋਂ ਬਾਅਦ ਹੁਣ ਕੈਪਟਨ ਸਰਕਾਰ ਜਗਰਾਉਂ ਦੇ ਵਿੱਚ ਲਾਲਾ ਲਾਜਪਤ ਰਾਏ ਦੇ ਘਰ ਦੀ ਵੀ ਸੰਭਾਲ ਕਰੇਗੀ। ਕੈਪਟਨ ਸਰਕਾਰ ਨੇ ਲਾਲਾ ਲਾਜਪਤ ਰਾਏ ਦੇ ਘਰ ਤੇ ਲਾਇਬ੍ਰੇਰੀ ਦੀ ਸਾਂਭ ਸੰਭਾਲ ਲਈ 1 ਕਰੋੜ 62 ਲੱਖ ਰੁਪਏ ਦੀ ਗ੍ਰਾਂਟ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਹੈ। CBSE ਨੇ ਦੇਸ਼ ਭਰ ਦੇ ਸਕੂਲਾਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਉਹ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪ੍ਰੈਕਟੀਕਲ, ਇੰਟਰਨਲ ਤੇ ਪ੍ਰੋਜੈਕਟ ਮੁਲਾਂਕਣ ਕੰਪਾਰਟਮੈਂਟ ਪ੍ਰੀਖਿਆ ਨਾਲ ਕਰਵਾਉਣ। ਇਹ ਪ੍ਰੈਕਟੀਕਲ ਉਹਨਾਂ ਵਿਦਿਆਰਥੀਆਂ ਦੇ ਹੋਣਗੇ ਜਿਨ੍ਹਾਂ ਨੇ ਤੈਅ ਸਮੇਂ ਦੇ ਵਿੱਚ ਪ੍ਰੈਕਟੀਕਲ ਨਹੀਂ ਦਿੱਤੇ ਸੀ ਤੇ ਕਈ ਵਿਦਿਆਰਥੀਆਂ ਦੇ ਪ੍ਰੈਕਟੀਕਲ ਬੋਰਡ ਨੂੰ ਸ਼ੱਕੀ ਲੱਗੇ ਸੀ। ਇਸ ਕਰਕੇ ਬੋਰਡ ਨੇ 30 ਜੁਲਾਈ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨਦਿਆਂ ਕਈ ਵਿਦਿਆਰਥੀਆਂ ਨੂੰ RP ਯਾਨੀ ਕਿ ਰਿਪੀਟ ਇਨ ਪ੍ਰੈਕਟੀਕਲ ਕੈਟਾਗਰੀ ਦੇ ਵਿੱਚ ਰੱਖਿਆ ਸੀ। ਹੁਣ ਇਹਨਾਂ ਵਿਦਿਆਰਥੀਆਂ ਨੂੰ ਮੁੜ ਪ੍ਰੈਕਟੀਕਲ ਦੇਣੇ ਪੈਣਗੇ ਤੇ ਸਾਰੇ ਸਕੂਲਾਂ ਨੂੰ ਇਹਨਾਂ ਵਿਦਿਆਰਥੀਆਂ ਦੇ ਪ੍ਰੈਕਟੀਕਲ ਅੰਕਾਂ ਸਮੇਤ ਸਾਰੇ ਵੇਰਵੇ 31 ਅਗਸਤ ਤੱਕ ਖੇਤਰੀ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾਉਣੇ ਹੋਣਗੇ। ਅੰਬਾਲਾ ਦੇ ਵਿੱਚ ਕੱਲ ਕਿਸਾਨਾਂ ਨੂੰ ਪਹਿਲਾਂ ਹਿਰਾਸਤ ਵਿੱਚ ਲਿਆ ਗਿਆ ਤੇ ਫਿਰ ਕਿਸਾਨਾਂ ਦੇ ਤਿੱਖੇ ਵਿਰੋਧ ਕਾਰਨ ਛੱਡ ਦਿੱਤਾ ਗਿਆ। ਪੂਰਾ ਘਟਨਾਕ੍ਰਮ ਕਿਵੇਂ ਵਾਪਰਿਆ ਸੀ ਉਹ ਸਾਨੂੰ ਖਬਰਾਂ ਦੇ ਵਿਸਥਾਰ ਦੇ ਵਿੱਚ ਅਸੀਂ ਦੱਸਾਂਗੇ। ਪੰਜਾਬ ਦੇ ਵਿੱਚ ਚੋਰੀਆਂ ਡਕੈਤੀਆਂ ਕਾਫੀ ਵੱਧ ਗਈਆਂ ਨੇ ਤੇ ਕੱਲ ਡੇਰਾ ਬਸਤੀ ਦੇ ਵਿੱਚ ਪਿਸਤੌਲ ਦੀ ਨੋਕ ਤੇ ਕਾਰ ਖੋ ਕੇ ਲੁਟੇਰਾ ਫਰਾਰ ਹੋ ਗਿਆ। ਪੀੜਤ ਅਭਿਸ਼ੇਕ ਸ਼ਰਮਾ ਵਾਸੀ ਸ਼ਿਮਲਾ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਕਰੀਬ 9:30 ਵਜੇ ਆਪਣੇ ਚਿੱਟੇ ਰੰਗ ਦੀ ਕਰੇਟਾ ਗੱਡੀ ਵਿੱਚ ਸ਼ਿਮਲਾ ਤੋਂ ਦਿੱਲੀ ਵੱਲ ਜਾ ਰਿਹਾ ਸੀ। ਉਸਨੇ ਫਲਾਈਓਵਰ ਪਾਰ ਕਰਕੇ ਪਿਸ਼ਾਬ ਕਰਨ ਲਈ ਗੱਡੀ ਸੜਕ ਦੇ ਇੱਕ ਪਾਸੇ ਖੜੀ ਕੀਤੀ। ਇਸ ਦੌਰਾਨ ਪਿੱਛੇ ਤੋਂ ਆਈ ਚਿੱਟੇ ਰੰਗ ਦੀ ਕਾਰ ਉਸਦੀ ਗੱਡੀ ਦੇ ਅੱਗੇ ਆ ਕੇ ਰੁਕੀ, ਜਿਸ ਵਿੱਚੋਂ 4 ਵਿਅਕਤੀ ਬਾਹਰ ਨਿਕਲੇ। ਆਉਂਦੇ ਸਾਰ ਖੁੱਲੀ ਪਈ ਕਾਰ ਦੇ ਵਿੱਚ ਬੈਠ ਗਏ। ਕਾਰ 'ਚ ਚਾਬੀ ਲੱਗੀ ਹੋਈ ਸੀ। ਲੁਟੇਰਿਆਂ ਦੀ ਹਰਕਤ ਦਾ ਵਿਰੋਧ ਕਰਦਿਆਂ ਉਸਨੇ ਰੌਲਾ ਪਾਇਆ ਤਾਂ 4 ਜਣਿਆਂ ਵਿੱਚੋਂ ਇੱਕ ਲੁਟੇਰੇ ਨੇ ਉਸ ਤੇ 2 ਫਾਇਰ ਕਰ ਦਿੱਤੇ, ਜਿਨ੍ਹਾਂ ਵਿੱਚੋਂ ਇੱਕ ਗੋਲੀ ਉਸਦੇ ਕੰਨ ਕੋਲੋਂ ਲੰਘ ਗਈ ਤੇ ਉਹ ਵਾਲ-ਵਾਲ ਬਚ ਗਿਆ। ਪੀੜਤ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ ਤੇ ਲੁਟੇਰੇ ਉਸਦੀ ਗੱਡੀ ਲੈ ਕੇ ਦਿੱਲੀ ਵੱਲ ਨੂੰ ਫਰਾਰ ਹੋ ਗਏ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ ਗੱਲ ਕਰਾਂਗੇ। ਕਿਸਾਨਾਂ ਦੇ ਇੱਕ ਵੱਡੇ ਸੰਘਰਸ਼ ਦੀ ਜਿਹੜਾ ਕਿ ਹਰਿਆਣੇ ਦੇ ਅੰਬਾਲਾ ਦੇ ਵਿੱਚ ਹੋਇਆ। ਇੱਥੇ ਸਾਰੇ ਕਿਸਾਨ ਨੇ ਜਿਹੜੇ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਚੁੱਕੇ ਨੇ। ਇਹ ਕਿਸਾਨਾਂ ਨੇ ਖੁਦ ਜਾਣਕਾਰੀ ਦਿੱਤੀ ਹੈ। 200 ਤੋਂ ਵੀ ਵੱਧ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਅੰਬਾਲਾ ਦੇ ਵਿੱਚ SP ਦਫ਼ਤਰ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ। ਕਿਸਾਨਾਂ ਨੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਆਪਣੇ ਕਿਸਾਨ ਸਾਥੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਸੀ। ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਬੈਰੀਕੇਡ ਵੀ ਲਾਏ ਗਏ ਤੇ ਰਿਹਾਈ ਤੋਂ ਬਾਅਦ ਕਿਸਾਨਾਂ ਨੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਤੇ 1-2 ਚੇਤਾਵਨੀਆਂ ਵੀ ਦਿੱਤੀਆਂ ਤੇ ਕੁਝ ਐਲਾਨ ਵੀ ਜਾਰੀ ਕੀਤੇ। ਨਾਰੇ ਲਾਏ ਖੱਟਰ ਮੋਦੀ ਕਿਸਾਨ ਵਿਰੋਧੀ, ਇਹ ਜਿਹੜੇ ਉੱਚੀ ਆਵਾਜ਼ ਦੇ ਵਿੱਚ ਨਾਰੇ ਲਾਏ ਗਏ ਤੇ ਰਿਹਾਈ ਤੋਂ ਬਾਅਦ ਵੱਡੀ ਗਿਣਤੀ ਵਿੱਚ ਜੁੜੇ ਕਿਸਾਨਾਂ ਨੇ ਕਿਹਾ ਕਿ ਅਸੀਂ BJP ਲੀਡਰ ਨੂੰ ਕਿਸੇ ਵੀ ਪਿੰਡ 'ਚ ਵੜਨ ਨਹੀਂ ਦਿਆਂਗੇ, ਪਿੰਡਾਂ 'ਚ ਪ੍ਰੋਗਰਾਮ ਕਰਨ ਨਹੀਂ ਦਿਆਂਗੇ, ਚਾਹੇ ਤੁਸੀਂ ਅੱਜ ਮੰਨ ਲਓ ਚਾਹੇ ਕੱਲ ਮੰਨ ਲਓ, ਅਸੀਂ ਅਜਿਹਾ ਨਹੀਂ ਕਰਨ ਦਿਆਂਗੇ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਤਾਂ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਲੋਕ ਖੁਦ ਦੱਸਣਗੇ ਕਿ ਉਹਨਾਂ ਨੇ ਆਪਣੇ ਇਲਾਕੇ 'ਚ ਕੰਮ ਕਿੰਨਾ ਕੁ ਕੀਤਾ ਹੈ। ਇੱਕ ਹੋਰ ਵੱਡਾ ਐਲਾਨ ਕੀਤਾ ਹੈ ਕਿਸਾਨਾਂ ਨੇ ਕਿ ਅੰਬਾਲਾ ਬਲਾਕ ਨੰਬਰ 1-2 ਦੇ ਸਾਰੇ ਕਿਸਾਨ 15 ਅਗਸਤ ਨੂੰ ਸਵੇਰੇ 9 ਵਜੇ ਆਪਣੇ ਮੋਟਰਸਾਈਕਲ, ਗੱਡੀਆਂ, ਟਰੈਕਟਰ ਆਪਣੇ ਵਾਹਨਾਂ ਤੇ ਅੰਬਾਲਾ ਦੀ ਅਨਾਜ ਮੰਡੀ ਪਹੁੰਚਣ। ਇੱਥੇ ਕਿਸਾਨਾਂ ਦੇ ਵੱਲੋਂ ਤਿਰੰਗਾ ਯਾਤਰਾ ਜਿਹੜੀ ਉਹ ਕੱਢੀ ਜਾਏਗੀ। ਸੰਯੁਕਤ ਕਿਸਾਨ ਮੋਰਚੇ ਨੇ ਵੀ 15 ਅਗਸਤ ਵੱਖਰੇ ਤਰੀਕੇ ਦੇ ਨਾਲ ਮਨਾਉਣ ਦਾ ਐਲਾਨ ਕੀਤਾ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜੇ ਕਿਸਾਨ ਹੈਗੇ ਨੇ ਉਹ ਰਲ ਕੇ 15 ਅਗਸਤ ਮਨਾਉਣ, ਆਪੋ ਆਪਣੇ ਵਾਹਨਾਂ ਤੇ ਕਿਸਾਨੀ ਦੇ ਝੰਡੇ ਲਾ ਕੇ, ਆਪਣੀ ਜਥੇਬੰਦੀ ਦੇ ਝੰਡੇ ਲਾ ਕੇ ਤੇ ਤਿਰੰਗੇ ਲਾ ਕੇ ਜਿਹੜੀਆਂ ਯਾਤਰਾਵਾਂ ਨੇ ਉਹ ਕੱਢਣ। ਸੋ ਜਿਹੜਾ ਇਹ ਅੰਬਾਲਾ ਵਾਲਾ ਜਿਹੜਾ ਹੋਇਆ ਸਾਰਾ ਘਟਨਾਕ੍ਰਮ, ਇਹ ਕਿਉਂ ਵਾਪਰਿਆ? ਦਰਅਸਲ ਮਸਲਾ ਪੰਚਕੂਲਾ ਦਾ ਹੈ। ਜਦੋਂ ਬੁੱਧਵਾਰ ਨੂੰ ਹਰਿਆਣਾ ਦੇ ਡਿਪਟੀ CM ਦੁਸ਼ਯੰਤ ਚੌਟਾਲਾ ਦਾ ਕਿਸਾਨਾਂ ਨੇ ਤਿੱਖਾ ਵਿਰੋਧ ਕੀਤਾ ਸੀ। ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ, ਪੁਲਿਸ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ। ਇਸ ਦਰਮਿਆਨ ਦੋਵਾਂ ਧਿਰਾਂ ਦੇ ਵਿੱਚ ਧੱਕਾ ਮੁੱਕੀ ਹੋਈ। ਪੁਲਿਸ ਨੇ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਸੀ ਤੇ ਉਹਨਾਂ ਕਿਸਾਨਾਂ ਨੂੰ ਰਿਹਾ ਕਰਵਾਉਣ ਦੀ ਮੰਗ ਦੇ ਵਿੱਚ ਹੀ ਵੀਰਵਾਰ ਨੂੰ ਕਿਸਾਨਾਂ ਨੇ ਅੰਬਾਲਾ ਦਿੱਲੀ ਹਾਈਵੇ ਜਾਮ ਕਰ ਦਿੱਤਾ ਸੀ। ਪੁਲਿਸ ਇੱਥੇ ਵੀ ਪਹੁੰਚ ਗਈ ਤੇ ਪੁਲਿਸ ਨੇ ਤਕਰੀਬਨ ਸਾਰੇ ਕਿਸਾਨਾਂ ਨੂੰ, ਜਿਨ੍ਹਾਂ ਦੀ ਗਿਣਤੀ 200 ਦੇ ਕਰੀਬ ਦੱਸੀ ਜਾਂਦੀ ਹੈ, ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਬੱਸਾਂ ਦੇ ਵਿੱਚ ਭਰ ਕੇ CIA ਸਟਾਫ ਸੈਕਟਰ 10 ਦੇ ਥਾਣੇ ਵਿੱਚ ਲਿਜਾਇਆ ਗਿਆ। ਤੇ ਜਦੋਂ ਇਹ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ, ਇਹ ਸਾਰੀ ਕਾਰਵਾਈ ਪੁਲਿਸ ਨੇ ਕੀਤੀ ਤਾਂ ਮੋਰਚੇ ਦੇ ਵਿੱਚ ਮੁੜ ਤੋਂ ਸਰਗਰਮ ਹੋਣ ਵਾਲੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਸੱਦਿਆ, ਜਿਸ ਤੋਂ ਬਾਅਦ ਮਾਹੌਲ ਜਿਹੜਾ ਹੋਰ ਤਣਾਅਪੂਰਨ ਹੋਣ ਦੇ ਆਸਾਰ ਬਣ ਗਏ ਸੀ। ਸ਼ੰਭੂ ਬਾਰਡਰ ਤੇ ਚੜੂਨੀ ਨੇ ਕਿਹਾ ਸੀ ਕਿ ਜਿੰਨਾ ਜਲਦੀ पहुंच सकते हो उतना जल्दी पहुंचो। 100-150-200 लोगों को गिरफ्तार कर लिया है, तो वहां पे काफी झगड़ा, काफी तनाव की स्थिति है इस टाइम। तो आप सभी से बेनती है, अंबाला उसके आसपास और जो साथ लगता राजपुरा घनौर का एरिया है पंजाब का,
तो ये सारे जल्दी से जल्दी शंभू बैरियर पे पहुंचना है। शंभू बैरियर पे इकट्ठे हो रहे हैं, तो ज्यादा से ज्यादा लोग वहां पे पहुंचे, जितने भी आसपास के, चाहे वो यमुनानगर के हैं या पंचकुला के हैं या जो भी उधर के लोग हैं, वो सारे जल्दी से जल्दी शंभू बैरियर पे पहुंचे और वहां पे जो है जाके प्रदर्शन करें। और हमारे जो सीनियर लोग हैं वो भी वहां पे पहुंच रहे हैं, हमने उनको फोन कर दिए हैं। तो एक बार मेरी फिर बेनती है कि आसपास के जितने लोग हैं वो जल्दी से जल्दी अम्बाड़ा, यमुनानगर और पंचकुला, गनौर, राजपुरा, ये सभी लोग जल्दी से जल्दी वहां पे पहुंचे। ਤੇ ਇਸ ਦੇ ਨਾਲ ਹੀ ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਵੀ ਕਿਹਾ ਸੀ ਕਿ ਬੀਜੇਪੀ ਸਰਕਾਰ ਕਿਸਾਨਾਂ ਦੇ ਨਾਲ ਧੱਕਾ ਕਰਨਾ ਬੰਦ ਕਰੇ। ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਰਾਏ ਨੇ ਕਿ ਜੇ ਤੁਸੀਂ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਤਾਂ ਅਸੀਂ ਪੂਰਾ ਹਰਿਆਣਾ ਬੰਦ ਕਰ ਦੇਵਾਂਗੇ। ਜਦ ਕਿ ਬੀਜੇਪੀ ਦਾ ਪੂਰਨ ਬਾਈਕਾਟ ਹੈ। ਬੀਜੇਪੀ ਜਾਣਬੁੱਝ ਕੇ ਕੁਝੀਆਂ ਸ਼ਰਾਰਤਾਂ ਕਰ ਰਹੀ ਹੈ, ਇਦਾਂ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਉਹ ਦੋਵਾਂ ਨੂੰ ਜਦੋਂ ਛਡਾਉਣ ਹੋਰ ਕਿਸਾਨ ਗਏ ਨੇ ਤਾਂ ਫਿਰ ਇਹ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਜਾਂਦਾ ਹੈ। ਇਹ ਇੱਕ ਤਰ੍ਹਾਂ ਦਾ ਕਹਿ ਦੇਵਾਂਗੇ ਗੁੰਡਾ ਤੰਤਰ ਹੈ। ਲੋਕਤੰਤਰ 'ਚ ਜਦੋਂ ਆਪਣੀ ਆਵਾਜ਼ ਬੁਲੰਦ ਕਰਦਾ ਕੋਈ, ਉਹਨੂੰ ਆਵਾਜ਼ ਬੁਲੰਦ ਨਹੀਂ ਕਰਨ ਦਿੱਤੀ ਜਾਂਦੀ। ਇਹ ਹਰਿਆਣਾ ਸਰਕਾਰ ਇਸ ਵੇਲੇ ਕੇਂਦਰ ਦੇ ਇਸ਼ਾਰੇ ਤੇ ਉਹ ਸਾਡੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਤੇ ਅਸੀਂ ਇਸ ਸਰਕਾਰ ਨੂੰ, ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜੇਕਰ ਉਹ ਸਾਡੇ ਸਾਥੀ ਤੁਸੀਂ ਜਿਹੜੇ ਅਰੈਸਟ ਕੀਤੇ ਆ ਨਹੀਂ ਛੱਡੇ ਤੇ ਪੂਰਾ ਹਰਿਆਣਾ ਬਲੌਕ ਕਰ ਦਿਆਂਗੇ। ਬਿਲਕੁਲ ਇਹ ਅਸੀਂ ਪੰਜਾਬ ਵਾਲੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਰਿਆਣੇ ਵਾਲੇ ਵੀਰਾਂ ਦੇ ਨਾਲ, ਔਰ ਪੂਰਾ ਸੰਯੁਕਤ ਕਿਸਾਨ ਮੋਰਚਾ ਉਹ ਜਿਹੜੇ ਸਾਥੀ ਅਰੈਸਟ ਕੀਤੇ ਉਹਨਾਂ ਦੇ ਨਾਲ ਖੜਾ ਹੈ। ਹਰਿਆਣਾ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਉਹਨਾਂ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ, ਨਹੀਂ ਤਾਂ ਇਹਦਾ ਖਮਿਆਜ਼ਾ ਭੁਗਤਣ ਨੂੰ ਤਿਆਰ ਰਹੋ। ਇਹ ਹਰਿਆਣਾ ਸਰਕਾਰ ਨੂੰ ਵਾਰਨਿੰਗ ਦਿੰਦੇ ਆ ਤੇ ਉਹਨਾਂ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ। ਇਸੇ ਦਰਮਿਆਨ ਜਮਹੂਰੀ ਕਿਸਾਨ ਸਭਾ ਦੇ ਪ੍ਰੈਸ ਕਰਤਾ ਪ੍ਰਗਟ ਸਿੰਘ ਜਾਮਾ ਨੇ ਕਿਹਾ ਕਿ ਖੱਟੜ ਸਰਕਾਰ ਕਿਸਾਨਾਂ ਨੂੰ ਤੁਰੰਤ ਰਿਹਾ ਕਰੇ, ਨਹੀਂ ਤਾਂ ਅੰਦੋਲਨ ਹੋਰ ਤਿੱਖਾ ਹੋਏਗਾ। ਸੋ ਕਿਸਾਨਾਂ ਨੇ ਬੜੇ ਤਿੱਖੇ ਜਿਹੜੇ ਬਿਆਨ, ਚੇਤਾਵਨੀਆਂ ਭਰੇ ਦਿੱਤੇ ਸੀਗੇ। ਉਸ ਤੋਂ ਬਾਅਦ ਤੁਰੰਤ ਹੀ ਪੁਲਿਸ ਨੇ ਜਿਹੜਾ ਇਹਨਾਂ ਸਾਰੇ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਜਿਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਸੀ। ਵਾਟਰ ਕੈਨਨ ਯਾਨੀ ਕਿ ਜਲ ਤੋਪਾਂ ਦਾ ਮੂੰਹ ਮੋੜਨ ਵਾਲੇ ਨੌਜਵਾਨ ਜਿਹੜੇ ਹਰਿਆਣਾ ਦੇ ਨਵਦੀਪ ਸਿੰਘ, ਉਸ ਨੂੰ ਵੀ गिरफ्तार कर लिया गया सी ते रिहाई है जिहड़ी ओह कीती। जदों रिहाई तो बाद नवदीप ने जानकारी दी तां कहा कि कुछ नौजवान बीजेपी लीडर का विरोध कर रहे सी, उस वक्त उन्हां नूं गिरफ्तार किया गया। जदों कहंदे मैं उन्हां दे कोले पहुंच रहा सी तां मेरी गड्डी ते किसानी झंडा वेख के मैनूं साइड ते खड़ाता ते थाणे लिजाया गया, उत्थे मेरे खिलाफ परचा दर्ज किया गया, पर हुण मैनूं बिना जमानत ही रिहा कर दिता है। सो ਆਪਾਂ ਨੂੰ ਸਭ ਨੂੰ ਪਤਾ ਹੈ ਕਿ ਕਿਸਾਨਾਂ ਨੇ ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਵਿੱਚ ਬੀਜੇਪੀ ਲੀਡਰਾਂ ਦੇ ਪਿੰਡ ਵੜਨ ਜਾਂ ਫਿਰ ਕੋਈ ਵੀ ਪ੍ਰੋਗਰਾਮ ਕਰਨ ਜਾਂ ਮੀਟਿੰਗ ਕਰਨ ਦੇ ਉੱਤੇ ਜਿਹੜਾ ਪਾਬੰਦੀ ਲਾਈ ਹੋਈ ਹੈ ਤੇ ਇਹ ਵੀ ਕਿਹਾ ਹੋਇਆ ਕਿ ਇਹ ਜੇ ਕਰਨਗੇ, ਮੀਟਿੰਗ ਕਰਨਗੇ ਜਾਂ ਕੋਈ ਇਕੱਠ ਰੈਲੀ ਕਰਨਗੇ ਤਾਂ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ। ਸਾਫ਼ ਕਿਸਾਨ ਵਾਰੀ-ਵਾਰੀ ਇਹ ਕਹਿੰਦੇ ਨੇ ਤੇ ਹੁਣ ਰਿਹਾਈ ਤੋਂ ਬਾਅਦ ਵੀ ਕਿਸਾਨਾਂ ਨੇ ਦੁਹਰਾਇਆ ਕਿ ਬੀਜੇਪੀ ਲੀਡਰਾਂ ਦਾ ਪਿੰਡ ਅਤੇ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਵਿਰੋਧ ਜਾਰੀ ਰਹੇਗਾ। ਇਸੇ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਵੀ ਖੇਤੀ ਕਾਨੂੰਨਾਂ ਬਾਰੇ ਬੋਲੇ ਨੇ। ਲੋਕ ਸਭਾ ਤਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ। ਰਾਜ ਸਭਾ ਦੇ ਵਿੱਚ ਕੀ ਕੁਝ ਹੰਗਾਮਾ ਚੱਲ ਰਿਹਾ ਹੈ, ਕਿਵੇਂ ਲੀਡਰ ਜਲੂਸ ਕੱਢ ਰਹੇ ਨੇ, ਉਹ ਸਾਰਾ ਅਸੀਂ ਤੁਹਾਨੂੰ ਪੰਜਾਬ ਦੀਆਂ ਖਬਰਾਂ ਤੋਂ ਬਾਅਦ ਦੱਸਾਂਗੇ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਇਹ ਬਿਆਨ ਦਿੱਤਾ ਹੈ ਕਿ ਖੇਤੀ ਸੁਧਾਰ ਨਾ ਸਿਰਫ ਦੇਸ਼ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣਗੇ ਬਲਕਿ ਇਹਦੇ ਨਾਲ ਸਵੈ ਸਹਾਇਤਾ ਗਰੁੱਪਾਂ ਦੇ ਲਈ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਨੇ। ਪ੍ਰਧਾਨ ਮੰਤਰੀ ਮੋਦੀ ਨੇ ਗੁਣਗਾਨ ਗਾਏ ਨੇ, ਖੇਤੀ ਕਾਨੂੰਨਾਂ ਦੇ ਪੂਰੇ ਖੁੱਲ੍ਹ ਕੇ ਗਾਏ ਨੇ, ਸ਼ਰੇਆਮ ਗਾਏ ਨੇ। ਪ੍ਰਧਾਨ ਮੰਤਰੀ ਨੇ ਇਹ ਗੱਲ ਆਤਮ ਨਿਰਭਰ ਨਾਰੀ ਸ਼ਕਤੀ ਸੇ ਸੰਵਾਦ ਦੇ ਨਾਲ ਪ੍ਰੋਗਰਾਮ ਦੇ ਵਿੱਚ ਦੀਨ ਦਿਆਲ ਅੰਤਯੋਦਿਆ ਯੋਜਨਾ, ਰਾਸ਼ਟਰੀ ਪੇਂਡੂ ਰੁਜ਼ਗਾਰ ਮਿਸ਼ਨ ਨਾਲ ਜੁੜੀਆਂ ਮਹਿਲਾ ਸਵੈ ਸਹਾਇਤਾ ਗਰੁੱਪ ਦੀਆਂ ਮਹਿਲਾ ਮੈਂਬਰਾਂ ਨੂੰ ਕਹੀ। ਮੋਦੀ ਨੇ ਕਿਹਾ ਕਿ ਨਵੇਂ ਖੇਤੀ ਸੁਧਾਰਾਂ ਦੇ ਨਾਲ ਨਾ ਸਿਰਫ ਦੇਸ਼ ਦੀ ਖੇਤੀਬਾੜੀ ਸਗੋਂ ਕਿਸਾਨਾਂ ਨੂੰ ਲਾਭ ਹੋਏਗਾ। ਸਵੈ ਸਹਾਇਤਾ ਗਰੁੱਪਾਂ ਲਈ ਵੀ ਬਹੁਤ ਸੰਭਾਵਨਾਵਾਂ ਨੇ। ਕਹਿੰਦੇ ਹੁਣ ਤੁਸੀਂ ਕਿਸਾਨਾਂ ਦੇ ਨਾਲ ਸਿੱਧੀ ਭਾਈਵਾਲੀ ਦੇ ਰਾਹੀਂ ਅਨਾਜ ਤੇ ਦਾਲਾਂ ਵਰਗੇ ਉਤਪਾਦਾਂ ਦੀ ਹੋਮ ਡਿਲੀਵਰੀ ਸਿੱਧੀ ਕਰ ਸਕਦੇ ਹੋ। ਅਸੀਂ ਕਰੋਨਾ ਦੇ ਸਮੇਂ ਬਹੁਤ ਸਾਰੀਆਂ ਥਾਵਾਂ ਤੇ ਅਜਿਹਾ ਹੁੰਦੇ ਵੇਖਿਆ। ਕਹਿੰਦੇ ਚਾਹੇ ਤੁਸੀਂ ਉਸ ਉਤਪਾਦ ਨੂੰ ਸਿੱਧਾ ਖੇਤ ਤੋਂ ਵੇਚਣਾ ਚਾਹੁੰਦੇ ਹੋ ਜਾਂ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਕੇ ਚੰਗੀ ਪੈਕਿੰਗ ਦੇ ਨਾਲ ਵੇਚਣਾ ਚਾਹੁੰਦੇ ਹੋ, ਤੁਹਾਡੇ ਕੋਲ ਬਹੁਤ ਸਾਰੇ ਰਾਹ ਨੇ। ਆਨਲਾਈਨ ਵੀ ਖਰੀਦ ਵੇਚ ਕੀਤੀ ਜਾ ਸਕਦੀ ਹੈ। ਸੋ ਵੱਡੇ ਫਾਇਦੇ ਨੇ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੂੰ ਇਹਨਾਂ ਕਾਨੂੰਨਾਂ ਦੇ ਵਿੱਚ ਦਿਖ ਰਹੇ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਮੇਧ ਸੈਣੀ ਨੂੰ ਫਿਰ ਰਾਹਤ ਦਿੱਤੀ ਹੈ। ਸੁਮੇਧ ਸੈਣੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਅੰਤਰਿਮ ਅਗਾਊਂ ਜ਼ਮਾਨਤ ਹੈ ਜਿਹੜੀ ਉਹ ਅਦਾਲਤ ਨੇ
ਦੇ ਦਿੱਤੀ ਹੈ। ਦੋਵਾਂ ਪਾਸਿਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ। ਪਹਿਲਾਂ ਮੋਹਾਲੀ ਦੀ ਜਿਹੜੀ ਅਦਾਲਤ ਹੈ ਉਸਨੇ ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ। ਉਸ ਤੋਂ ਬਾਅਦ ਸੁਮੇਧ ਸੈਣੀ ਆਪਣੀ ਅਪੀਲ ਲੈ ਕੇ ਹਾਈ ਕੋਰਟ ਪਹੁੰਚ ਗਿਆ ਸੀ ਤੇ ਹਾਈ ਕੋਰਟ ਨੇ ਹੁਣ ਅਪੀਲ ਹੈ ਜਿਹੜੀ ਉਸ ਨੂੰ ਮਨਜ਼ੂਰ ਕਰਨ ਤੋਂ ਬਾਅਦ ਉਸ ਤੇ ਮੋਹਰ ਵੀ ਲਾ ਦਿੱਤੀ ਹੈ, ਸੁਣ ਲਿਆ ਹੈ। ਤੇ ਸੈਣੀ ਦੇ ਖਿਲਾਫ ਜਿਹੜੇ ਕੇਸ ਦਰਜ ਨੇ, ਲੋਕ ਸੋਚਦੇ ਨੇ ਕਿ ਪਤਾ ਨਹੀਂ ਇੰਨੇ ਕੇਸਾਂ ਦੇ ਵਿੱਚ ਸੈਣੀ ਹੈ ਜਿਹੜਾ ਉਹ ਕਦੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਵੇਗਾ ਜਾਂ ਨਹੀਂ, ਜਾਂ ਫਿਰ ਇਸੇ ਤਰ੍ਹਾਂ ਨਿਆਂਪਾਲਿਕਾ ਤੋਂ ਰਾਹਤ ਮਿਲਦੀ ਰਹੇਗੀ। ਸੈਣੀ ਖਿਲਾਫ ਬਲਵੰਤ ਸਿੰਘ ਮੁਲਤਾਨੀ ਮਰਡਰ ਕੇਸ 30 ਸਾਲ ਪੁਰਾਣਾ, 24 ਸਾਲ ਪੁਰਾਣਾ ਟ੍ਰਿਪਲ ਮਰਡਰ ਕੇਸ ਲੁਧਿਆਣੇ ਵਾਲਾ, ਬਹਿਬਲ ਕਲਾਂ ਗੋਲੀ ਕਾਂਡ ਦਾ ਜਿਹੜਾ ਕੇਸ ਵੀ ਦਰਜ ਹੈ। ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਕੇਸ ਹੁਣੇ ਤਾਜ਼ਾ ਦਰਜ ਹੋਇਆ ਜਿਹਦੇ ਵਿੱਚ ਜ਼ਮਾਨਤ ਮਿਲੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 4 ਸਲਾਹਕਾਰ ਨਿਯੁਕਤ ਕੀਤੇ ਜਾਣ ਤੋਂ ਅਗਲੇ ਦਿਨ ਹੀ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਸਿੱਧੂ ਦਾ ਸਲਾਹਕਾਰ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਕਿਹਾ ਕਿ ਮੈਂ ਕਿਸੇ ਸਿਆਸੀ ਅਹੁਦੇ ਤੇ ਕੰਮ ਨਹੀਂ ਕਰ ਸਕਦਾ ਤੇ ਸਿੱਧੂ ਨੂੰ ਇਹ ਮੈਸੇਜ ਵੀ ਭੇਜ ਦਿੱਤਾ ਹੈ। ਮੁਸਤਫਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਮੇਰੇ ਬਾਰੇ ਇੰਨਾ ਸੋਚਿਆ, ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ, ਪਰ ਜਦੋਂ ਅਗਲੀ ਸਰਕਾਰ ਬਣੇ ਜੇ ਸਿੱਧੂ ਮੁੱਖ ਮੰਤਰੀ ਬਣਦੇ ਨੇ ਤਾਂ ਮੈਂ ਉਹਨਾਂ ਨੂੰ ਆਪਣੀਆਂ ਸੇਵਾਵਾਂ ਜ਼ਰੂਰ ਦੇਵਾਂਗਾ, ਯਾਨੀ ਕਿ ਹੁਣ ਦੇਣ ਲਈ ਤਿਆਰ ਨਹੀਂ ਹੈਗੇ। ਕਹਿੰਦੇ ਸਿੱਧੂ ਇਮਾਨਦਾਰ ਵਿਅਕਤੀ ਨੇ ਤੇ ਮੈਂ ਉਹਨਾਂ ਲਈ ਕੰਮ ਜ਼ਰੂਰ ਕਰੂੰਗਾ। ਮੁਸਤਫਾ ਨੇ ਇਹ ਵੀ ਕਿਹਾ ਕਿ ਸਿੱਧੂ ਜਦੋਂ ਕਾਂਗਰਸ ਸੂਬੇ ਦੇ ਪ੍ਰਧਾਨ ਬਣੇ ਸੀ ਉਦੋਂ ਵੀ ਉਹਨਾਂ ਨੇ ਰਾਹੁਲ ਗਾਂਧੀ ਨੂੰ ਕਹਿ ਕੇ ਮੇਰੇ ਲਈ ਅਹੁਦਾ ਰੱਖਣ ਦੀ ਪੇਸ਼ਕਸ਼ ਕੀਤੀ ਸੀ, ਪਰ ਮੈਂ ਸਵੀਕਾਰ ਨਹੀਂ ਕੀਤਾ। ਮੁਸਤਫਾ ਨੇ ਵੀ ਕਿਹਾ ਕਿ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਸੁਪਰਸੀਡ ਕੀਤਾ, ਯਾਨੀ ਕਿ ਕਿਸੇ ਹੋਰ ਨੂੰ ਡੀਜੀਪੀ ਬਣਾਇਆ। ਸੀਨੀਅਰਿਟੀ ਮੇਰੀ ਬਣਦੀ ਸੀ ਪਰ ਜੂਨੀਅਰ ਲੈਵਲ ਦੇ ਦਿਨਕਰ ਗੁਪਤਾ ਨੂੰ ਬਣਾ ਦਿੱਤਾ ਗਿਆ। ਕਹਿੰਦੇ ਮੇਰੀ ਪਿਛਲੇ 12 ਸਾਲਾਂ ਤੋਂ ਦੋਸਤੀ ਸੀ, ਉਸ ਦੋਸਤੀ ਦਾ ਵੀ ਮੁੱਲ ਕੈਪਟਨ ਸਾਹਿਬ ਨੇ ਨਹੀਂ ਪਾਇਆ। ਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਇਹ 4 ਬੰਦਿਆਂ ਦੀ ਚੋਣ ਕੀਤੀ ਗਈ ਹੈ ਆਪਣੇ ਸਲਾਹਕਾਰਾਂ ਦੇ ਵਜੋਂ, ਉਹਨਾਂ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਨੇ, ਡਾਕਟਰ ਪਿਆਰੇ ਲਾਲ ਗਰਗ ਨੇ, ਡਾਕਟਰ ਅਮਰ ਸਿੰਘ ਨੇ, ਕਾਂਗਰਸ ਦੇ ਹੀ ਐਮਪੀ ਨੇ ਡਾਕਟਰ ਅਮਰ ਸਿੰਘ, ਅਤੇ ਸਾਬਕਾ ਅਫਸਰ ਹੈਗੇ ਨੇ। ਮਾਲਵਿੰਦਰ ਸਿੰਘ ਮਾਲੀ ਸਾਬਕਾ ਸਰਕਾਰੀ ਅਧਿਆਪਕ ਹੈਗੇ ਨੇ, ਰਿਟਾਇਰਡ ਸਰਕਾਰੀ ਅਧਿਆਪਕ ਨੇ। ਸੋਸ਼ਲ ਮੀਡੀਆ ਤੇ ਨਵਜੋਤ ਸਿੰਘ ਸਿੱਧੂ ਦਾ ਕਾਫੀ ਪੱਖ ਲੈਂਦੇ ਨੇ ਅਤੇ ਇਹ ਜਿਹੜੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌੜਾ ਐਸਜੀਪੀਸੀ ਦੇ ਪ੍ਰਧਾਨ ਰਹੇ ਨੇ, ਉਹਨਾਂ ਦੇ ਮੀਡੀਆ ਸਲਾਹਕਾਰ ਵੀ ਰਹੇ ਨੇ। ਸੋ ਪਿਆਰੇ ਲਾਲ ਗਰਗ ਨੇ ਤਾਂ ਇਹ ਕਿਹਾ ਕਿ ਨਵਜੋਤ ਸਿੰਘ ਸਿੱਧੂ ਬੇਦਾਗ ਸ਼ਖਸੀਅਤ ਨੇ, ਮੁੱਦਿਆਂ ਦੀ ਨੀਤੀ ਤੇ ਚੱਲ ਰਹੇ ਨੇ, ਪਰ ਇਹ ਨਾ ਸਮਝਣ ਕਿ ਮੈਂ ਕਾਂਗਰਸ ਦਾ ਹੀ ਬਣ ਗਿਆ। ਮੈਂ ਕਾਂਗਰਸੀ ਨਹੀਂ ਬਣਾਂਗਾ, ਨਾ ਕੋਈ ਅਹੁਦਾ ਲਵਾਂਗਾ, ਨਾ ਕੋਈ ਦਫ਼ਤਰ ਲਵਾਂਗਾ, ਪਰ ਸਿੱਧੂ ਜਦੋਂ ਮੇਰੀ ਸਲਾਹ ਮੰਗਣਗੇ ਜਾਂ ਫਿਰ ਜਦੋਂ ਸਲਾਹਕਾਰ ਕਮੇਟੀ ਦੀ ਬੈਠਕ ਬੁਲਾਉਣਗੇ ਤਾਂ ਮੈਂ ਜ਼ਰੂਰ ਜਾਵਾਂਗਾ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜੋ ਮੁਹੰਮਦ ਮੁਸਤਫਾ ਨੂੰ ਸਲਾਹਕਾਰ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ, ਭਾਵੇਂ ਉਹਨਾਂ ਨੇ ਠੁਕਰਾ ਦਿੱਤੀ ਹੈ, ਪਰ ਇਸ ਪੇਸ਼ਕਸ਼ ਤੇ KPS ਗਿੱਲ ਦਾ ਬੁੱਚੜ ਆਫ ਪੰਜਾਬ ਕਿਤਾਬ ਦੇ ਲੇਖਕ ਸਰਬਜੀਤ ਸਿੰਘ ਘੁਮਾਣ ਨੇ ਕਾਫੀ ਹੈਰਾਨੀ ਜ਼ਾਹਿਰ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਕੀ ਇਹ ਬਿਨਾਂ ਸੋਚੇ ਸਮਝੇ ਕਰ ਦਿੱਤਾ। ਕਹਿੰਦੇ ਮੁਹੰਮਦ ਮੁਸਤਫਾ ਵੀ ਸਿੱਖ ਕਤਲੇਆਮ ਕਰਨ ਵਾਲਿਆਂ ਦੇ ਨਾਲ ਸੀ, ਸਿੱਖਾਂ ਦੇ ਝੂਠੇ ਮੁਕਾਬਲੇ ਬਣਾ ਕੇ ਲਾਸ਼ਾਂ ਦੇ ਢੇਰ ਮੁਸਤਫਾ ਨੇ ਵੀ ਲਾਏ ਸੀ ਪੁਲਿਸ ਦੇ ਵਿੱਚ ਰਹਿੰਦਿਆਂ ਹੋਇਆਂ, ਤੇ ਸਿੱਧੂ ਨੇ ਇਸ ਨੂੰ ਆਪਣਾ ਸਲਾਹਕਾਰ ਬਣਾਉਣ ਦਾ ਐਲਾਨ ਕਰ ਦਿੱਤਾ। ਤੇ ਹੁਣ ਇਹ ਵੀ ਨਹੀਂ ਪਤਾ ਕਿ ਆਉਂਦੇ ਦਿਨਾਂ ਦੇ ਵਿੱਚ ਸੈਣੀ ਨੂੰ ਪਾਰਟੀ ਦਾ ਮੀਤ ਪ੍ਰਧਾਨ ਹੀ ਐਲਾਨ ਦੇਣ। ਘੁਮਾਣ ਨੇ ਇਸ ਗੱਲ ਦਾ ਤਿੱਖਾ ਵਿਰੋਧ ਕੀਤਾ ਹੈ ਕਿ ਸਿੱਧੂ ਨੇ ਉਸ ਸ਼ਖਸ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਜੋ ਸਿੱਖ ਕਤਲੇਆਮ ਦੇ ਵਿੱਚ ਪੂਰਾ ਭਾਗੀਦਾਰ ਸੀ। ਇੱਥੇ ਸਵਾਲ ਵੀ ਉੱਠਦੇ ਨੇ ਕਿ ਆਖਿਰਕਾਰ ਸਿਆਸੀ ਲੀਡਰਾਂ ਨੂੰ ਅਜਿਹੇ ਅਫਸਰ ਕਿਉਂ ਚੰਗੇ ਲੱਗਦੇ ਨੇ, ਤੇ ਇੱਕ ਸਵਾਲ ਹੋਰ ਵੀ ਉੱਠਦਾ ਹੈ ਕਿ ਅਜਿਹੇ ਅਫਸਰਾਂ ਦੇ ਖਿਲਾਫ ਹਜ਼ਾਰਾਂ ਸਬੂਤ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਨਿਆਂਪਾਲਿਕਾ ਸਜ਼ਾ ਕਿਉਂ ਨਹੀਂ ਦਿੰਦੀ। ਪੀੜਤ ਕਿਉਂ ਸਾਲਾਂ ਬੱਧੀ ਤੜਫਦੇ ਰਹਿੰਦੇ ਨੇ ਤੇ ਕਈ ਤਾਂ ਤੜਫਦੇ ਇਸ ਦੁਨੀਆ ਨੂੰ ਛੱਡ ਕੇ ਵੀ ਚਲੇ ਜਾਂਦੇ ਨੇ। ਜਿਹੜੀ ਭਾਰਤੀ ਸਾਰਾ ਹਕੂਮਤੀ ਸਿਸਟਮ ਆ ਨਾ ਜੀ, ਉਹ ਸਿੱਖ ਸੰਘਰਸ਼ ਦੌਰਾਨ ਪੂਰੀ ਤਰ੍ਹਾਂ ਨਸ਼ਰ ਹੋ ਗਿਆ, ਨੰਗਾ ਹੋ ਗਿਆ, ਕਿਉਂਕਿ ਭਾਰਤ ਦੀ ਨਿਆਂਪਾਲਿਕਾ, ਕਾਨੂੰਨ ਪਾਲਿਕਾ, ਵਿਧਾਨ ਪਾਲਿਕਾ ਜਿਹੜੇ ਤਿੰਨੇ ਅੰਗ ਨੇ ਉਹ ਸਿੱਖ ਕੌਮ ਨੂੰ ਇਨਸਾਫ ਦੇਣ ਵਿੱਚ ਅਸਫਲ ਰਹੇ ਤੇ ਦੁਨੀਆ ਭਰ ਦੇ ਵਿੱਚ ਇਹ ਚੀਜ਼ ਨੰਗੀ ਹੋ ਗਈ ਕਿ ਇੱਥੋਂ ਸਿੱਖਾਂ ਲਈ ਕੋਈ ਇਨਸਾਫ ਨਹੀਂ ਜੀ। ਜਿਹੜੀ ਗੱਲ ਆਪਾਂ ਮੋਟੇ ਤੌਰ ਤੇ ਕਹਿਣ ਵਾਲੀ ਆ ਉਹ ਇਹ ਆ ਕਿ ਜੇਕਰ ਕਿਸੇ ਨੇ ਸਿੱਖਾਂ ਦਾ ਕਤਲੇਆਮ ਕੀਤਾ ਹੋਵੇ, ਸਿੱਖਾਂ ਦੀ ਨਸਲਕੁਸ਼ੀ ਵਿੱਚ ਇੰਡੀਅਨ ਸਟੇਟ ਦਾ ਅੰਗ ਬਣ ਕੇ, ਸੰਦ ਬਣ ਕੇ, ਦਹਾੜੇ ਦਾ ਦਸਤਾ ਬਣ ਕੇ ਕੰਮ ਕੀਤਾ ਹੋਵੇ, ਉਹਨੂੰ ਜਿਹੜੀ ਸਜ਼ਾ ਹੈਗੀ ਆ ਉਹ ਇਸ ਇੰਡੀਅਨ ਸਿਸਟਮ ਤੋਂ ਜਾਂ ਇਸ ਨਿਆਂ ਪ੍ਰਣਾਲੀ ਤੋਂ ਬਿਲਕੁਲ ਨਹੀਂ ਹੁੰਦੀ। ਸੋ ਪਰ ਜਿਹੜੇ ਸਾਡੇ ਕੌਮ ਦੇ ਆਗੂ ਨੇ ਜਾਂ ਸਾਡੀ ਕੌਮ ਦੇ ਕੁਛ ਸੱਜਣ ਨੇ ਉਹ ਇਹ ਗੱਲ ਸੋਚਦੇ ਆ ਕਿ ਸਾਨੂੰ ਅਦਾਲਤੀ ਪ੍ਰਕਿਰਿਆ ਨੂੰ ਨੰਗਾ ਕਰਨ ਦੇ ਲਈ ਵੀ ਇਨਸਾਫ ਇੱਥੇ ਵੀ ਹੈ ਨਹੀਂ,
ਸਾਨੂੰ ਕਾਨੂੰਨੀ ਲੜਾਈ ਲੜਨੀ ਜ਼ਰੂਰ ਚਾਹੀਦੀ ਹੈ। ਤੇ ਮਾਲਵਿੰਦਰ ਸਿੰਘ ਮਾਲੀ ਨੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਦੇ ਅਹੁਦੇ ਦੀ ਪੇਸ਼ਕਸ਼ ਕਬੂਲ ਕਰ ਲਈ ਹੈ ਤੇ ਫੇਸਬੁੱਕ ਤੇ ਲਿਖਿਆ ਵੀ ਹੈ ਕਿ ਸਿੱਧੂ ਦੀ ਪੇਸ਼ਕਸ਼ ਪ੍ਰਵਾਨਣ ਦਾ ਮਤਲਬ ਕਿਸੇ ਸੱਤਾ ਦਾ ਸੁੱਖ ਮਾਨਣਾ ਨਹੀਂ, ਬਲਕਿ ਪੰਜਾਬ ਨੂੰ ਬਰਬਾਦ ਹੋਣ ਦੇ ਰਾਹ ਤੋਂ ਮੋੜਨ ਵਿੱਚ ਯੋਗਦਾਨ ਪਾਉਣਾ ਹੈ। ਇਸੇ ਭਾਵਨਾ ਤਹਿਤ ਮੈਂ ਜਥੇਦਾਰ ਗੁਰਚਰਨ ਸਿੰਘ ਟੌੜਾ ਨਾਲ ਜੁੜਿਆ ਸੀ ਤੇ ਅਕਾਲੀ ਦਲ ਵਿੱਚ ਸ਼ਾਮਲ ਨਹੀਂ ਸੀ। ਯਾਨੀ ਕਿ ਉਹ ਕਹਿ ਰਹੇ ਨੇ ਕਿ ਮੈਂ ਨਵਜੋਤ ਸਿੰਘ ਸਿੱਧੂ ਦੇ ਨਾਲ ਹਾਂ, ਪਰ ਮੈਂ ਕਾਂਗਰਸ ਦੇ ਵਿੱਚ ਨਹੀਂ ਹਾਂ। ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੇ ਸਰਕਾਰੀ ਨੌਕਰੀ ਵਿੱਚ ਹੁੰਦਿਆਂ ਮੇਰੀਆਂ ਸੇਵਾਵਾਂ ਅਟੈਚ ਕੀਤੀਆਂ। ਮੈਂ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰਾਂ ਨਾਲ ਬਤੌਰ ਲੋਕ ਸੰਪਰਕ ਸੇਵਾ ਪੂਰੀ ਸੁਹਿਰਦਤਾ ਤੇ ਇਮਾਨਦਾਰੀ ਨਾਲ ਨਿਭਾਏ। ਅੱਜ ਵੀ ਮੇਰੇ ਤੇ ਕੋਈ ਉਂਗਲੀ ਚੁੱਕੇ ਕਿ ਮੈਂ ਨਿੱਜੀ ਤਾਕਤਾਂ ਦੀ ਨਿੱਜੀ ਹਿੱਤਾਂ ਜਾਂ ਨਿੱਜੀ ਵਿਰੋਧ ਕੱਢਣ ਲਈ ਦੁਰਵਰਤੋਂ ਕੀਤੀ ਤਾਂ ਮੈਂ ਜਵਾਬ ਦਿਆਂ। ਯਾਨੀ ਕਿ ਮੇਰਾ ਅਕਸ ਹੈ ਜਿਹੜਾ ਪੂਰਾ ਸਾਫ਼ ਰਿਹਾ। ਇਸੇ ਦਰਮਿਆਨ ਖਬਰ ਹੈ ਕਿ ਪੰਜਾਬ ਕੈਬਨਿਟ ਦੀ ਅਗਲੀ ਬੈਠਕ 16 ਅਗਸਤ ਨੂੰ ਹੋਵੇਗੀ। ਪ੍ਰਧਾਨਗੀ ਕੈਪਟਨ ਅਮਰਿੰਦਰ ਸਿੰਘ ਕਰਨਗੇ ਤੇ ਇਹ ਜਿਹੜੀ ਮੀਟਿੰਗ ਹੈ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੀ ਹੋਵੇਗੀ। ਦੁਪਹਿਰੇ 3 ਵਜੇ ਹੋਵੇਗੀ। ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਹਾਦਸੇ ਦੀ ਗੱਲ ਕਰ ਲੈਂਦੇ ਆ। ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਪਹਾੜ ਖਿਸਕਣ ਦੇ ਨਾਲ ਕਿੰਨੇ ਹੀ ਵਾਹਨ ਨੇ ਜਿਹੜੇ ਉਹ ਮਿੱਟੀ ਦੇ ਵਿੱਚ ਢਿੱਗਾਂ ਦੇ ਵਿੱਚ ਦੱਬੇ ਗਏ ਤੇ ਜਾਣਕਾਰੀ ਮੁਤਾਬਿਕ ਮ੍ਰਿਤਕਾਂ ਦੀ ਗਿਣਤੀ 14 ਹੋ ਗਈ ਹੈ। 14 ਲਾਸ਼ਾਂ ਨੇ ਜਿਹੜੀਆਂ ਮਲਬੇ ਦੇ ਵਿੱਚ ਲੱਭੀਆਂ ਜਾ ਚੁੱਕੀਆਂ ਨੇ। ਸੂਬੇ ਦੇ ਆਫਤ ਪ੍ਰਬੰਧਨ ਨਿਰਦੇਸ਼ਕ ਸੁਦੇਸ਼ ਕੁਮਾਰ ਮੋਖਤਾ ਦੇ ਮੁਤਾਬਿਕ ਕੁਝ ਜਵਾਨਾਂ ਦੇ ਨਾਲ ਮਲਬੇ ਦੇ ਵਿੱਚ ਹਿਮਾਚਲ ਰੋਡਵੇਜ਼ ਦੀ ਬੱਸ ਹਾਲੇ ਤੱਕ ਦੱਬੀ ਹੋਈ ਹੈ। 3 ਲਾਸ਼ਾਂ ਬੱਸ ਵਿੱਚੋਂ ਵੀ ਮਿਲੀਆਂ ਨੇ। ਬੱਸ ਪੂਰੀ ਤਰ੍ਹਾਂ ਦੇ ਨਾਲ ਨਸ਼ਟ ਹੈ। ਬਲੈਰੋ ਵੀ ਮਲਬੇ ਦੇ ਹੇਠ ਹੈ। ਬਲੈਰੋ ਦੇ ਵਿੱਚ 8 ਜਣੇ ਸਵਾਰ ਸੀ ਤੇ ਇਹਨਾਂ 8 ਜਣਿਆਂ ਦੀ ਮੌਤ ਹੋ ਗਈ ਸੀ। ਬਹੁਤ ਹੀ ਦਰਦਨਾਕ ਹਾਦਸਾ ਹੈ ਕਿਉਂਕਿ ਜਦੋਂ ਪਹਾੜ ਹੀ ਖਿਸਕ ਗਿਆ ਤਾਂ ਕਿਸੇ ਨੂੰ ਇੱਧਰ ਉੱਧਰ ਜਾਣ ਦਾ ਮੌਕਾ ਹੀ ਨਹੀਂ ਮਿਲਿਆ। ਬਿਲਕੁਲ ਬਲੌਕ ਹੋ ਗਿਆ ਤੇ ਕਿੱਥੇ ਜਾ ਸਕਦਾ ਬੰਦਾ ਤੇ ਕਿੰਨੇ ਹੀ ਲੋਕ ਨੇ ਜਿਹੜੇ ਇਸ ਮਲਬੇ ਦੇ ਥੱਲੇ ਦਬ ਕੇ ਮਾਰੇ ਗਏ ਹੋਣਗੇ, ਕੁਝ ਨਹੀਂ ਕਿਹਾ ਜਾ ਸਕਦਾ। ਮੁੱਖ ਮੰਤਰੀ ਜੈਰਾਮ ਠਾਕੁਰ ਵੀ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਕਿੰਨੌਰ ਪਹੁੰਚੇ। ਉਹਨਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਗੰਭੀਰ ਜ਼ਖਮੀਆਂ ਨੂੰ 50,000 ਰੁਪਏ ਤੇ ਜ਼ਖਮੀਆਂ ਦਾ ਮੁਫਤ ਇਲਾਜ ਵੀ ਨਾਲ ਕਰਵਾਏਗੀ ਸਰਕਾਰ। ITBP ਤੇ NDRF ਦੇ ਵੱਲੋਂ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ। ਇੱਕ ਬੱਸ, 3 ਕਾਰਾਂ ਤੇ ਇੱਕ ਟਿੱਪਰ ਮਲਬੇ ਦੇ ਹੇਠ ਨੇ ਜਿਹੜੇ ਇਸ ਹਾਦਸੇ ਦੇ ਵਿੱਚ ਦੱਬੇ ਗਏ। ਤੇ ਇਹਨਾਂ ਹਾਦਸਿਆਂ ਦੇ ਦਰਮਿਆਨ ਜਿਹੜੇ ਰਾਹਤ ਕਾਰਜ ਚਲਾਉਣ ਵਾਲੇ ਸੁਰੱਖਿਆ ਬਲਾਂ ਦੇ ਜਵਾਨ ਹੁੰਦੇ ਨੇ ਉਹਨਾਂ ਨੂੰ ਵੀ ਜ਼ਰੂਰ ਸਲਾਮ ਕਰਨਾ ਬਣਦਾ ਹੈ। ਅਸੀਂ ਸਾਰੇ ਜ਼ਰੂਰ ਇਹ ਤਾਂ ਕਹਿ ਦਿੰਦੇ ਆ ਕਿ ਰਾਹਤ ਕਾਰਜ ਜਾਰੀ ਨੇ, ITBP ਲੱਗੀ ਹੋਈ ਹੈ, NDRF ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਤੁਸੀਂ ਸੋਚੋ ਕਿ ਉਸੇ ਮਲਬੇ ਦੇ ਵਿੱਚੋਂ ਲੱਭ ਰਹੇ ਨੇ ਜਿੱਥੇ ਪਹਾੜ ਖਿਸਕਿਆ। ਨਾ ਜਾਣੀਏ ਕਿ ਪਹਾੜ ਦੁਬਾਰਾ ਵੀ ਖਿਸਕ ਸਕਦਾ ਹੈ, ਕੁਛ ਨਾ ਕੁਛ ਹੋਰ ਦੁਰਘਟਨਾ ਵਾਪਰ ਸਕਦੀ ਹੈ, ਪਰ ਉਹ ਆਪਣੇ ਜਾਨ ਦੀ ਪਰਵਾਹ ਕੀਤੇ ਬਗੈਰ ਜਿਹੜਾ ਇਹਨਾਂ ਲੋਕਾਂ ਦੀਆਂ ਲਾਸ਼ਾਂ ਨੂੰ ਕੱਢਣ ਦੇ ਲਈ ਉੱਥੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨਹੀਂ ਲੜਨਗੀਆਂ। ਇਹ ਇੱਕ ਵਾਰ ਫਿਰ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਸਪਸ਼ਟ ਕੀਤਾ ਹੈ। ਦਰਅਸਲ ਬਰਨਾਲਾ ਦੇ ਮਹਿਲ ਕਲਾਂ ਦੇ ਵਿੱਚ 23 ਸਾਲ ਪਹਿਲਾਂ ਗੁੰਡਿਆਂ ਦੇ ਵੱਲੋਂ ਬਲਾਤਕਾਰ ਕਰਕੇ ਖੇਤ ਵਿੱਚ ਦੱਬ ਦਿੱਤੀ ਗਈ ਕਿਰਤੀ ਬੱਚੀ ਸ਼ਹੀਦ ਬੱਚੀ ਕਿਰਨਜੀਤ ਕੌਰ ਦੀ ਬਰਸੀ ਮਨਾਈ ਗਈ। ਬਰਸੀ ਸਮਾਗਮ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਬਲਵੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ, ਰਜਿੰਦਰ ਸਿੰਘ, ਦੀਪ ਸਿੰਘ ਵਾਲਾ, ਸੋਨੀਆ ਮਾਨ ਤੇ ਡਾਕਟਰ ਸਵਾਏ ਮਾਨ ਜਿਹੜੇ ਹੈਗੇ ਨੇ ਅਮਰੀਕਾ ਦੇ, ਉਹ ਖਾਸ ਤੌਰ ਤੇ ਪਹੁੰਚੇ। ਸ਼ਹੀਦ ਕਿਰਨਜੀਤ ਕੌਰ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਐਲਾਨ ਫਿਰ ਕੀਤਾ ਗਿਆ, ਅਹਿਦ ਲਿਆ ਗਿਆ ਕਿ ਜਿੰਨਾ ਚਿਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਸੰਘਰਸ਼ ਲਗਾਤਾਰ ਜਾਰੀ ਰਹੇਗਾ, ਚਾਹੇ ਲੜਾਈ 2024 ਤੱਕ ਲੜਨੀ ਪਵੇ। ਕਿਸਾਨ ਲੀਡਰਾਂ ਨੇ ਦੱਸਿਆ ਕਿ 4 ਸੂਬਿਆਂ ਦੇ ਵਿੱਚ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਹਨਾਂ ਚੋਣਾਂ ਦੇ ਲਈ ਸੰਯੁਕਤ ਕਿਸਾਨ ਮੋਰਚੇ ਨੇ ਰਣਨੀਤੀ ਜਿਹੜੀ ਉਹ ਬਣਾ ਲਈ ਹੈ। BJP ਦੇ ਬਾਈਕਾਟ ਜਾਂ ਫਿਰ BJP ਨੂੰ ਵੋਟ ਨਾ ਦੇਣ ਦੇ ਲਈ ਲੋਕਾਂ ਨੂੰ ਅਸੀਂ 4 ਸੂਬਿਆਂ ਦੇ ਵਿੱਚ ਲਾਮਬੰਦ ਕਰਾਂਗੇ ਅਤੇ ਅਸੀਂ ਪੰਜਾਬ ਦੇ ਵਿੱਚ ਕੋਈ ਵੀ ਚੋਣ ਨਹੀਂ ਲੜਾਂਗੇ। ਤੇ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਜਿਹੜਾ ਮਿਸ਼ਨ ਪੰਜਾਬ 2022 ਦਾ ਜਿਹੜਾ ਹੋਕਾ ਦਿੱਤਾ ਜਾ ਰਿਹਾ ਹੈ ਉਸ ਬਾਰੇ ਕਿਸਾਨ ਲੀਡਰਾਂ ਨੇ ਕਿਹਾ ਕਿ ਇਹ ਚੜੂਨੀ ਦਾ ਆਪਣਾ ਫੈਸਲਾ ਹੈ ਜਾਂ ਕਹਿ ਸਕਦੇ ਹਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਆਪਣਾ ਫੈਸਲਾ ਹੈ। ਮੋਰਚਾ ਨਾ ਚੋਣਾਂ ਲੜਨ ਦੇ ਪਹਿਲਾਂ ਪੱਖ ਵਿੱਚ ਸੀ ਤੇ ਨਾ ਹੀ ਬਾਅਦ ਵਿੱਚ ਹੋਵੇਗਾ। ਰਾਜੇਵਾਲ ਨੇ ਇੱਥੇ ਆਪਣੇ ਮੁੱਖ ਮੰਤਰੀ ਦੇ ਲੱਗੇ ਹੋਏ ਪੋਸਟਰਾਂ ਬਾਰੇ ਵੀ ਸਪਸ਼ਟ ਕੀਤਾ, ਕਿਹਾ ਕਿ BJP ਦੇ IT ਸੈੱਲ ਦੀ ਚਾਲ ਹੈ, ਅੰਦੋਲਨ ਨੂੰ ਬਦਨਾਮ ਕਰਨ ਦੀ ਸਿਰਫ ਕੋਸ਼ਿਸ਼ ਹੈ। ਮੈਂ ਚੋਣਾਂ ਲੜਨ ਦੇ ਪੱਖ ਵਿੱਚ ਬਿਲਕੁਲ ਨਹੀਂ ਹਾਂ। ਆਜ਼ਾਦੀ ਦਿਹਾੜੇ ਨੂੰ ਲੈ ਕੇ ਜੋ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲਿਆ ਹੈ ਕਿ ਆਜ਼ਾਦੀ ਦਿਹਾੜੇ ਤੇ ਟਰੈਕਟਰ ਤੇ ਇੱਕ ਤਿਰੰਗਾ ਤੇ ਆਪਣੀ ਜਥੇਬੰਦੀ ਦੇ ਝੰਡੇ ਲਾ ਕੇ ਕਿਸਾਨਾਂ ਦੇ ਵੱਲੋਂ ਮਾਰਚ ਕੱਢੇ ਜਾਣਗੇ, ਆਪੋ ਆਪਣੇ ਇਲਾਕਿਆਂ ਦੇ ਵਿੱਚ ਮਾਰਚ ਕੱਢੇ ਜਾਣਗੇ। ਕਿਸਾਨ ਸੰਸਦ ਦੀ ਸਫਲਤਾ ਦੇ ਬਾਰੇ ਵੀ ਕਿਸਾਨਾਂ ਨੇ ਇੱਥੇ ਆਪਣੀ ਪ੍ਰਾਪਤੀ ਨੂੰ ਦੱਸਿਆ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜਿਹੜਾ ਪਿਛਲੇ ਦਿਨੀ ਆਪਣੇ ਹਲਕੇ ਵਿੱਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰ ਚੁੱਕੇ ਨੇ ਤੇ ਇਹ ਸਪਸ਼ਟ ਹੈ, ਲੀਡਰ ਕਹਿ ਰਹੇ ਨੇ ਕਿ ਇਸ ਘਟਨਾ ਤੋਂ ਇਹ ਸਪਸ਼ਟ ਹੈ ਕਿ ਦੇਸ਼ ਦੇ ਲੋਕ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੂਰੇ ਜਾਗਰੂਕ ਹੋ ਚੁੱਕੇ ਨੇ।
ਕਿਰਨਜੀਤ ਕੌਰ ਕੌਣ ਸੀ? ਜਿਨ੍ਹਾਂ ਨੂੰ ਨਹੀਂ ਪਤਾ ਦੱਸ ਦਿੰਦੇ ਆ ਕਿ 24 ਸਾਲ ਪਹਿਲਾਂ ਮਹਿਲ ਕਲਾਂ ਦੀ ਧਰਤੀ ਦੇ ਉੱਤੇ ਕਿਰਨਜੀਤ ਕੌਰ ਇੱਕ +2 ਦੇ ਵਿੱਚ ਪੜ੍ਹਦੀ ਕੁੜੀ ਸੀ। ਉਸ ਦੇ ਨਾਲ ਪਹਿਲਾਂ ਸਮੂਹਿਕ ਬਲਾਤਕਾਰ ਕੀਤਾ ਗਿਆ ਤੇ ਫਿਰ ਉਸ ਨੂੰ ਕਤਲ ਕਰਕੇ ਮਿੱਟੀ ਦੇ ਵਿੱਚ ਦੱਬ ਦਿੱਤਾ ਗਿਆ ਸੀ। ਉਸ ਕਤਲकांड ਨੂੰ ਵਾਪਰਿਆ ਭਾਵੇਂ ਕਿ ਲੰਬਾ ਅਰਸਾ ਬੀਤ ਗਿਆ ਹੈ, 24 ਸਾਲ ਕੋਈ ਥੋੜੇ ਨਹੀਂ ਹੁੰਦੇ, ਪਰ ਉਸ ਕਤਲकांड ਦੀ ਜਿਹੜੀ ਚੀਜ਼ ਹੈ ਉਹ ਹਾਲੇ ਵੀ ਨਵੀਂ ਨਰੋਈ ਹੈ ਉੱਥੋਂ ਦੇ ਲੋਕਾਂ ਦੇ ਮਨਾਂ ਦੇ ਵਿੱਚ। ਭਾਵੇਂ ਉਸ ਕਤਲकांड ਦੇ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਵੀ ਮਿਲ ਚੁੱਕੀਆਂ ਨੇ, ਉਸ ਸੰਘਰਸ਼ ਨੇ ਨਵੇਂ ਕੀਰਤੀਮਾਨ ਵੀ ਸਥਾਪਿਤ ਕੀਤੇ। ਸੋ ਦਾਣਾ ਮੰਡੀ ਮਹਿਲ ਕਲਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਰਨਜੀਤ ਕੌਰ ਦੇ ਸ਼ਹੀਦੀ ਸਮਾਗਮ ਤੇ ਲੋਕ ਨੇ ਜਿਹੜੇ ਉਹ ਪਹੁੰਚੇ ਹੋਏ ਸੀ। ਗੁਰਦਾਸਪੁਰ ਹਲਕੇ ਦੇ ਲੋਕ ਜ਼ਰੂਰ ਆਪਣੇ ਮੱਥੇ ਤੇ ਹੱਥ ਮਾਰਦੇ ਹੋਣਗੇ, ਕਿਉਂਕਿ ਜਿਹੜੇ सांसद ਨੂੰ ਉਹਨਾਂ ਨੇ ਵੋਟਾਂ ਪਾ ਕੇ ਜਿਤਾਇਆ, ਲੋਕ ਸਭਾ ਦੇ ਵਿੱਚ ਭੇਜਿਆ, ਉਸ सांसद ਨੂੰ ਲੋਕਾਂ ਤੋਂ ਪਹਿਲਾਂ ਥਾਰ ਜ਼ਰੂਰੀ ਲੱਗਦੀ ਹੈ। ਗੁਰਦਾਸਪੁਰ ਦੇ सांसद ਮੈਂਬਰ ਸਨੀ ਦਿਓਲ ਨੇ ਇੱਕ ਸਿਫਾਰਸ਼ੀ ਚਿੱਠੀ ਲਿਖੀ ਹੈ। ਬੀਜੇਪੀ ਦੇ ਵਿਧਾਇਕ ਦਿਨੇਸ਼ ਬੱਬੂ ਦੀ ਧੀ ਦੇ ਵਿਆਹ ਲਈ ਛੇਤੀ ਤੋਂ ਛੇਤੀ ਥਾਰ ਮੁਹੱਈਆ ਕਰਵਾਉਣ ਦੇ ਲਈ ਕੰਪਨੀ ਨੂੰ ਚਿੱਠੀ ਲਿਖ ਦਿੱਤੀ ਹੈ ਭਾਈ ਸਾਹਿਬ ਨੇ। ਤੇ ਕੰਪਨੀ ਨੂੰ ਇਹਨਾਂ ਨੇ ਕਿਹਾ ਕਿ ਦਿਨੇਸ਼ ਬੱਬੂ ਦੀ ਧੀ ਨੂੰ ਥਾਰ ਹੈ ਜਿਹੜੀ ਉਹ ਜਲਦੀ ਤੋਂ ਜਲਦੀ ਦੇ ਦਿੱਤੀ ਜਾਵੇ। ਚਿੱਠੀ ਜਨਤਕ ਹੋ ਗਈ ਹੈ। ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਇਹਨਾਂ ਨੇ ਕਦੇ ਆਪਣੇ ਇਲਾਕੇ ਦੇ ਲੋਕਾਂ ਦੇ ਲਈ, ਵਿਕਾਸ ਕੰਮਾਂ ਦੇ ਲਈ ਤਾਂ ਕਦੇ ਕੋਈ ਚਿੱਠੀ ਨਹੀਂ ਲਿਖੀ ਹੋਣੀ ਸਰਕਾਰ ਨੂੰ, ਪਰ ਇਹਨਾਂ ਨੇ ਥਾਰ, ਮਹਿੰਦਰਾ ਕੰਪਨੀ ਦੀ ਜਿਹੜੀ ਥਾਰ ਆਈ ਹੈ, ਨਵੀਂ ਜੀਪ ਹੈ, ਉਸ ਨੂੰ ਲੈਣ ਵਾਸਤੇ ਕੰਪਨੀ ਵਾਲਿਆਂ ਨੂੰ ਚਿੱਠੀ ਹੈ ਜਿਹੜੀ ਸਿਫਾਰਸ਼ੀ ਉਹ ਜ਼ਰੂਰ ਲਿਖ ਦਿੱਤੀ ਹੈ। ਬੀਜੇਪੀ ਲੀਡਰ ਮਾਸਟਰ ਮੋਹਨ ਲਾਲ ਨੇ ਸਨੀ ਦਿਓਲ ਨੂੰ ਸਲਾਹ ਦਿੱਤੀ ਹੈ, ਯਾਨੀ ਕਿ ਬੀਜੇਪੀ ਦੇ ਹੀ ਲੀਡਰ ਦੀ ਧੀ ਵਾਸਤੇ ਇਹਨਾਂ ਨੇ ਸਿਫਾਰਿਸ਼ ਕੀਤੀ। ਖੁਦ ਵੀ ਬੀਜੇਪੀ ਦਾ ਸੰਸਦ ਹੈ ਤੇ ਬੀਜੇਪੀ ਦੇ ਲੀਡਰ ਮਾਸਟਰ ਮੋਹਨ ਲਾਲ ਜਿਹੜੇ ਅੱਜ ਕੱਲ੍ਹ ਬਾਗੀ ਰੁਖ ਦਿਖਾ ਰਹੇ ਨੇ, ਕਹਿੰਦੇ ਆਪਣੇ ਪਰਿਵਾਰ ਬਾਰੇ, ਆਪਣੀ ਤਿਜੋਰੀ ਬਾਰੇ, ਪੈਸਿਆਂ ਬਾਰੇ, ਕਾਰਾਂ ਬਾਰੇ ਘੱਟ ਸੋਚੋ ਸਨੀ ਦਿਓਲ ਜੀ, ਲੋਕਾਂ ਦੇ ਭਲੇ ਵਾਸਤੇ ਜ਼ਿਆਦਾ ਤੇ ਜ਼ਰੂਰ ਸੋਚੋ। ਸੋ ਇਸ ਮਸਲੇ ਦੇ ਉੱਤੇ ਖੂਬ ਸਿਆਸਤ ਹੋ ਰਹੀ ਹੈ ਤੇ ਹੈ ਵੀ ਸ਼ਰਮਨਾਕ ਗੱਲ। 8 ਅਗਸਤ ਨੂੰ ਪਟਵਾਰੀ ਦੇ ਇਮਤਿਹਾਨ ਮੌਕੇ ਸਿੱਖ ਬੱਚਿਆਂ ਦੇ ਕਕਾਰ ਲਹਾਉਣ ਵਾਲਿਆਂ ਤੇ ਹੁਣ ਕਾਨੂੰਨੀ ਕਾਰਵਾਈ ਹੋਏਗੀ। ਇਸ ਦਾ ਐਲਾਨ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਦੇ ਨਾਲ ਮਸਤੂਆਣਾ ਸਾਹਿਬ ਦੇ ਅਕਾਲ ਕਾਲਜ ਕੌਂਸਲ ਗੁਰਸਾਗਰ ਦੇ ਪ੍ਰਬੰਧਕਾਂ ਨੇ ਕੀਤਾ ਹੈ। ਕੌਂਸਲ ਦੇ ਵੱਲੋਂ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਮਾਹਿਰਾਂ ਦੇ ਨਾਲ ਗੱਲਬਾਤ ਕਰਕੇ ਕਾਨੂੰਨੀ ਚਾਰਾਜੋਈ ਕੀਤੀ ਜਾਏਗੀ। ਸੀਨੀਅਰ ਵਕੀਲਾਂ ਦਾ ਇੱਕ ਪੈਨਲ ਇਸ ਕਾਲਜ ਦੇ ਨਾਲ ਹੈ ਜੋ ਆਪਣੀਆਂ ਸੇਵਾਵਾਂ ਦੇਵੇਗਾ। ਕੌਂਸਲ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਕਿਤੇ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਉਹ ਸਾਡੇ ਨਾਲ ਸੰਪਰਕ ਕਰਨ। ਜਿਹੜੇ ਵੀ ਪੀੜਤ ਵਿਦਿਆਰਥੀ ਨੇ, ਸਿੱਖ ਵਿਦਿਆਰਥੀ ਨੇ, ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਨ। ਹੈਲਪਲਾਈਨ ਨੰਬਰ ਨੇ ਜਿਹੜੇ ਉਹ ਵੀ ਜਾਰੀ ਕੀਤੇ ਨੇ। ਜਿਹੜੇ ਹੈਲਪਲਾਈਨ ਨੰਬਰ ਨੇ ਉਹ ਹੁਣ ਅੱਗੇ ਤੁਸੀਂ ਸੁਣੋਗੇ, ਇਹ ਤੁਹਾਨੂੰ ਦੱਸਣਗੇ ਕਿਹੜੇ-ਕਿਹੜੇ ਨੰਬਰ ਨੇ, ਤੁਸੀਂ ਨੋਟ ਕਰ ਸਕਦੇ ਹੋ। ਮੈਂ ਫੋਨ ਨੰਬਰ ਬੋਲਦਾ, ਇਹਨਾਂ ਫੋਨਾਂ ਦੇ ਵਿੱਚੋਂ ਜਿਸ ਮਰਜ਼ੀ ਫੋਨ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਭ ਤੋਂ ਪਹਿਲਾਂ ਮੇਰਾ ਨੰਬਰ ਹੈ 98150 87217। ਦੂਸਰਾ ਨੰਬਰ ਹੈ ਸਾਡੇ ਨਾਲ ਦੇ ਸੀਨੀਅਰ ਮੈਂਬਰ ਐਸ ਸਿੰਘ ਜੀ ਗਿੱਲ 98150 11911। ਅੱਗੇ ਸਾਡੇ ਮੁੱਖ ਗ੍ਰੰਥੀ ਨੇ ਭਾਈ ਸੁਖਦੇਵ ਸਿੰਘ ਜੀ ਸਾਡੇ ਨਾਲ ਖੜੇ ਨੇ, ਉਹਨਾਂ ਦਾ ਨੰਬਰ ਹੈ 94634 64347। ਇਸ ਤੋਂ ਅੱਗੇ ਅਵਤਾਰ ਸਿੰਘ ਜੀ ਸਾਡੇ ਮੁੱਖ ਰਾਗੀ ਨੇ ਮਸਤੂਆਣਾ ਸਾਹਿਬ ਦੇ, ਉਹਨਾਂ ਦਾ ਨੰਬਰ ਹੈ 98727 50906 98727 50906। ਇੱਕ ਸਾਡੇ ਪ੍ਰੈਸ ਦੇ ਸਾਡੇ ਜਿਹੜੇ ਮੀਡੀਆ ਇੰਚਾਰਜ ਨੇ ਸਰਦਾਰ ਸਤਨਾਮ ਸਿੰਘ ਜੀ ਦਮਦਮੀ, ਉਹਨਾਂ ਦਾ ਨੰਬਰ ਹੈ 97814 37111। ਇਹਨਾਂ ਨੰਬਰਾਂ ਤੋਂ ਤੁਸੀਂ ਜਿਹੜੇ ਮਰਜ਼ੀ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਤੇ ਤਾਂ ਕਿ ਆਪਾਂ ਜਲਦੀ ਉਹਨਾਂ ਲਈ ਜ਼ਿੰਮੇਵਾਰ, ਚਾਹੇ ਉਹ ਐਸਐਸ ਬੋਰਡ ਦੇ ਅਹੁਦੇਦਾਰ ਹੋਣ ਜਾਂ ਉਹ ਏਜੰਸੀਆਂ ਦੇ ਜਿਨ੍ਹਾਂ ਨੂੰ ਇਹ ਠੇਕਾ ਦਿੱਤਾ ਗਿਆ ਹੈ, ਤੇ ਉਹਨਾਂ ਸਾਰਿਆਂ 'ਤੇ ਕਾਰਵਾਈ ਕਰਾਉਣੀ ਸਾਡਾ ਫਰਜ਼ ਹੈ ਔਰ ਅਸੀਂ ਇਹ ਕਾਰਵਾਈ ਕਰਾਵਾਂਗੇ ਤੇ ਜਲਦੀ ਜਿਨ੍ਹਾਂ ਨਾਲ ਵੀ ਉਹ ਸੰਪਰਕ ਉਮੀਦਵਾਰ ਸਾਡੇ ਨਾਲ ਜਲਦੀ ਤੋਂ ਜਲਦੀ ਕਰਨ। ਤੇ ਇਸੇ ਮਸਲੇ ਦੇ ਵਿੱਚ ਐਸਜੀਪੀਸੀ ਨੇ ਵੀ ਗੁਰਸਿੱਖ ਵਿਦਿਆਰਥੀ ਜਿਨ੍ਹਾਂ ਦੇ ਕਕਾਰ ਉਤਰਵਾਏ ਗਏ, ਖਾਸ ਕਰਕੇ ਚੰਡੀਗੜ੍ਹ ਦੇ ਸੈਕਟਰ 32 ਵਿੱਚ ਐਸਡੀ ਕਾਲਜ ਦੇ ਵਿੱਚ ਉੱਥੇ ਜ਼ਿਆਦਾ ਘਟਨਾਵਾਂ ਵਾਪਰੀਆਂ ਨੇ, ਤਾਂ ਉਸ ਮਸਲੇ ਦੇ ਵਿੱਚ ਐਸਜੀਪੀਸੀ ਨੇ ਪੀੜਤ ਵਿਦਿਆਰਥੀਆਂ ਨੂੰ ਐਸਜੀਪੀਸੀ ਦੇ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਇਸ ਮਾਮਲੇ 'ਚ ਬਣਾਈ ਸਬ ਕਮੇਟੀ ਦੇ ਮੁਖੀ ਤੇ ਐਸਜੀਪੀਸੀ ਦੇ ਜਨਰਲ ਸਕੱਤਰ ਐਡਵੋਕੇਟ ਭਗਵਾਨ ਸਿੰਘ ਸਿਆਲਕਾ ਨੇ ਕਿਹਾ ਹੈ ਕਿ
ਅਸੀਂ ਸੰਬੰਧਿਤ ਅਦਾਰੇ ਦੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ, ਪ੍ਰਬੰਧਕਾਂ ਤੋਂ ਵੀ ਪੁੱਛਗਿੱਛ ਕਰਾਂਗੇ। ਪੀੜਤ ਸਿੱਖ ਵਿਦਿਆਰਥੀਆਂ ਨੂੰ ਕੁਝ ਨੰਬਰਾਂ ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਅੱਗੇ ਅਸੀਂ ਸਕਰੀਨ ਦੇ ਉੱਤੇ ਤੁਹਾਨੂੰ ਇਹ ਨੰਬਰ ਦਿਖਾ ਰਹੇ ਹਾਂ। ਲੁਧਿਆਣਾ ਤੋਂ ਖਬਰ ਹੈ, ਜਿੱਥੇ ਆਰਕੇ ਰੋਡ ਤੇ ਇਮਾਰਤ ਡਿੱਗਣ ਕਾਰਨ 2 ਬੱਚਿਆਂ ਸਮੇਤ ਘੱਟੋ-ਘੱਟ 10 ਲੋਕ ਜ਼ਖਮੀ ਹੋ ਗਏ। ਗੰਭੀਰ ਜ਼ਖਮੀ ਹੋਏ 7 ਵਿਅਕਤੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਾਲ ਹੀ ਵਿੱਚ ਨਗਰ ਨਿਗਮ ਨੇ ਇਮਾਰਤ ਨੂੰ ਸੀਲ ਕਰ ਦਿੱਤਾ ਸੀ, ਪਰ ਬਾਅਦ ਵਿੱਚ ਮਾਲਕਾਂ ਨੇ ਸੀਲ ਨੂੰ ਤੋੜ ਦਿੱਤਾ ਸੀ। ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਘੁਟਾਲੇ ਦਾ ਇਲਜ਼ਾਮ ਲਾਇਆ। ਲੋਕਪਾਲ ਨੂੰ ਸ਼ਿਕਾਇਤ ਸੌਂਪੀ ਹੈ ਲਿਖਤੀ ਤੇ ਕਾਰਵਾਈ ਦੀ ਮੰਗ ਕੀਤੀ ਹੈ। ਸ਼ਾਮ ਸੁੰਦਰ ਅਰੋੜਾ ਦੇ ਖਿਲਾਫ ਕੈਪਟਨ ਦੇ ਨੇੜਲੇ ਕੈਬਨਿਟ ਮੰਤਰੀ ਨੇ ਮਾਮਲਾ ਮੋਹਾਲੀ ਦੇ ਵਿੱਚ 31 ਏਕੜ ਜ਼ਮੀਨ ਦੇ ਨਾਲ ਜੁੜਿਆ ਹੋਇਆ ਹੈ। ਕਰੋੜਾਂ ਦੀ ਜ਼ਮੀਨ ਦੇ ਵਿੱਚ ਘੁਟਾਲਾ ਕਰਨ ਦੇ ਇਲਜ਼ਾਮ ਲੱਗੇ ਨੇ। ਕਰੀਬ 300 ਕਰੋੜ ਦਾ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲੱਗਿਆ। ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਜੋ ਕਿ ਸੁਖਦੇਵ ਸਿੰਘ ਢੀਂਡਸਾ ਨੇ ਬਣਾਇਆ ਹੈ, ਇਸ ਪਾਰਟੀ ਨੇ ਯੂਪੀ ਦੇ ਦਲਿਤ ਲੀਡਰ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਵਾਲੀ ਭੀਮ ਆਰਮੀ ਦੇ ਨਾਲ ਗੱਠਜੋੜ ਕਰ ਲਿਆ ਤੇ ਦੋਵੇਂ ਪਾਰਟੀਆਂ ਹੁਣ ਮਿਲ ਕੇ ਵਿਧਾਨ ਸਭਾ 2022 ਦੀਆਂ ਚੋਣਾਂ ਲੜਨਗੀਆਂ। ਅਕਾਲੀ ਲੀਡਰਾਂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਤੇ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ। ਇਹਨਾਂ ਨੇ ਕਿਹਾ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਸਿਆਸੀ, ਆਰਥਿਕ ਤੇ ਸਮਾਜਿਕ ਤੌਰ ਤੇ ਤਬਾਹ ਕਰਨ ਤੇ ਲੱਗੇ ਹੋਏ ਨੇ। ਪੰਜਾਬ ਨੂੰ ਜੇਕਰ ਮੁੜ ਲੀਹਾਂ ਤੇ ਲਿਆਉਣਾ ਹੈ ਤਾਂ ਬਾਦਲਾਂ ਤੇ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨਾ ਜ਼ਰੂਰੀ ਹੈ। ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਬਾਦਲਾਂ ਨੇ ਹਰ ਥਾਂ ਤੋਂ ਪੈਸੇ ਖਾਦੇ ਨੇ। ਮੇਰੇ ਤੇ ਕੋਈ ਵੀ ਬੰਦਾ ਅਜਿਹਾ ਇਲਜ਼ਾਮ ਨਹੀਂ ਲਾ ਸਕਦਾ। ਮੇਰਾ ਅਕਸ ਸਾਫ਼ ਸੁਥਰਾ ਹੈ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸਾਡੇ ਲਈ ਪੰਥ ਸਰਵਉੱਤਮ ਹੈ। ਇਸ ਸਮੇਂ ਪੰਥ ਅਤੇ ਪੰਜਾਬ ਵਿਰੋਧੀ ਸ਼ਕਤੀਆਂ ਦਾ ਸਿੱਖ ਜਜ਼ਬੇ ਤੇ ਪੰਜਾਬੀ ਸੋਚ ਨੂੰ ਢਾਹ ਲਾਉਣ ਦਾ ਪੂਰਾ ਜ਼ੋਰ ਲੱਗਿਆ ਹੋਇਆ ਤੇ ਅਜਿਹੇ ਵਿੱਚ ਪੰਜਾਬੀ ਨੇ ਜਿਹੜੇ ਉਹ ਤੀਸਰਾ ਬਦਲ ਚਾਹੁੰਦੇ ਨੇ। ਬਾਦਲ ਪਰਿਵਾਰ ਨੇ ਸਿੱਖ ਧਰਮ ਦਾ ਬਹੁਤ ਨੁਕਸਾਨ ਕੀਤਾ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਢਾਹ ਲਾਈ ਹੈ ਤੇ ਇਹਨਾਂ ਨੂੰ ਹਟਾਉਣਾ ਬੜਾ ਜ਼ਰੂਰੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਮਾਂਤਰੀ ਨੌਜਵਾਨ ਦਿਵਸ ਦੇ ਮੌਕੇ ਪੇਂਡੂ ਤੇ ਸ਼ਹਿਰੀ ਇਲਾਕੇ ਦੇ ਉਹਨਾਂ ਕਰੋਨਾ ਵਲੰਟੀਅਰਾਂ ਨੂੰ ਖੇਡ ਕਿੱਟਾਂ ਵੰਡਣ ਦੀ ਸ਼ੁਰੂਆਤ ਕੀਤੀ, ਜਿਨ੍ਹਾਂ ਨੇ ਇਸ ਮਹਾਮਾਰੀ ਦੀ ਦੂਸਰੀ ਲਹਿਰ ਦੇ ਖਿਲਾਫ ਸੂਬਾ ਸਰਕਾਰ ਦੇ ਵੱਲੋਂ ਵਿੱਢੀ ਜੰਗ ਵਿੱਚ ਬੇਹੱਦ ਅਹਿਮ ਯੋਗਦਾਨ ਪਾਇਆ। ਇਸ ਉਦਮ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਰਕਾਰੀ ਨਿਵਾਸ ਸਥਾਨ ਤੇ ਨਿੱਜੀ ਤੌਰ ਤੇ 10 ਵਲੰਟੀਅਰਾਂ ਨੂੰ ਖੇਡ ਕਿੱਟਾਂ ਵੰਡੀਆਂ। ਦਿੱਲੀ ਦੇ ਵਿੱਚ ਕਮੇਟੀ ਚੋਣਾਂ ਹੁਣ ਬਹੁਤ ਨੇੜੇ ਆ ਰਹੀਆਂ ਨੇ ਤੇ ਦਿੱਲੀ ਦੇ ਵਿੱਚ ਸਰਨਿਆਂ ਦੀ ਪਾਰਟੀ ਹੋਵੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਵੇ, ਸਰਨਾ ਭਰਾਵਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਹੈ, ਉਹਨਾਂ ਦੇ ਨਾਲ ਪੰਥਕ ਅਕਾਲੀ ਲਹਿਰ ਨੇ ਗੱਠਜੋੜ ਕੀਤਾ ਹੈ, ਜਿਹੜੀ ਕਿ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ। ਤੇ ਇਸ ਦੇ ਨਾਲ ਹੀ ਬਲਦੇਵ ਸਿੰਘ ਵਡਾਲਾ, ਜਿਹੜੇ ਕਿ ਸਾਬਕਾ ਹਜ਼ੂਰੀ ਰਾਗੀ ਨੇ, ਭਾਈ ਬਲਦੇਵ ਸਿੰਘ ਵਡਾਲਾ ਦਾ ਸਿੱਖ ਸਦਭਾਵਨਾ ਦਲ, ਸਾਰੇ ਹੀ ਚੋਣਾਂ ਦੇ ਵਿੱਚ ਨਿਤਰੇ ਹੋਏ ਨੇ। ਇਸੇ ਦਰਮਿਆਨ ਖਬਰ ਆ ਰਹੀ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਇੱਕ ਹੋਰ ਹਾਈ ਕੋਰਟ ਦਾ ਨੋਟਿਸ ਮਿਲਿਆ। ਉਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਦੇਸ਼ ਛੱਡਣ ਤੇ ਪਾਬੰਦੀ ਲਾ ਰੱਖੀ ਹੈ ਸਿਰਸਾ ਦੇ, ਤੇ ਹੁਣ ਹਾਈ ਕੋਰਟ ਦਾ ਜਿਹੜਾ ਨੋਟਿਸ ਮਿਲਿਆ ਹੈ, ਇਹ ਮਾਮਲਾ ਗੁਰਦੁਆਰਾ ਕਮੇਟੀ ਦੇ ਖਾਤਿਆਂ ਦੀ ਆਡਿਟ ਰਿਪੋਰਟ ਨੂੰ ਲੁਕਾਉਣ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਕੋਰਟ ਨੇ ਸਾਬਕਾ ਵਿਧਾਇਕ ਤੋਂ ਇਸ ਪੂਰੇ ਮਾਮਲੇ ਵਿੱਚ ਸਪਸ਼ਟੀਕਰਨ ਮੰਗਿਆ ਹੈ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਐਮਐਲਏ ਵੀ ਹੁੰਦੇ ਸੀ। ਕੇਸ ਦੀ ਅਪੀਲ ਕਰਤਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਯਾਨੀ ਕਿ ਸਰਨਿਆਂ ਦੀ ਪਾਰਟੀ ਨੇ ਇਹ ਜਿਹੜੀ अपील की है, ये पटीशन दायर की है, जिस तो बाद हाई कोर्ट ने नोटिस भेजा है। सरना ने जानकारी दी है कि सिरसा किस कारणा करके डिलाइट कंपनी की ऑडिट रिपोर्ट नूं लुको रहा है। संगत नूं इसका जवाब चाहिए। ऑडिट कंपनी ने अपने जवाब दे विच इन्हां तत्थां नूं खुद स्वीकार किया है कि उन्हां दे वल्लों कीती गई ऑडिट किसी व्यक्ति जां संस्था दी नहीं है, एक सरकारी ऑडिट है। पर बादलों के आदमियों ने पंजाब तो बाद हुण दिल्ली के धार्मिक ढांचे नूं जड़ तक बर्बाद करन दा बीड़ा चुक लिया। ये जिहड़ी जानकारी है वो श्रोमणी अकाली दल दिल्ली के प्रधान परमजीत सिंह सरना ने दी है, जो कि DSGMC के साबका प्रधान भी ने। सो एक होर खबर मिल रही है पंजाब की सियासत के नाल जुड़ी हुई कि कैप्टन साहब ਅਤੇ ਨਵਜੋਤ ਸਿੰਘ ਸਿੱਧੂ ਨੂੰ ਆਪਣੀਆਂ ਹੱਦਾਂ ਵਿੱਚ ਰਹਿਣ ਦਾ ਸੁਨੇਹਾ ਦੇਣ ਦੇ ਲਈ ਹੁਣ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੂੰ ਪੰਜਾਬ ਆਉਣਾ ਪੈ ਰਿਹਾ ਹੈ। पंजाब के अंदरला कलेश खत्म नहीं हो रहा, इस सारिਆਂ ਨੂੰ दिसदा है, क्योंकि दिखा भी रहे ने नवजोत सिंह सिद्धू ते कैप्टन अमरिंदर सिंह का कोई तालमेल है जिहड़ा आपस दे विच नहीं बन पा रहा। इस दरमियान खबरां ने कि 15 अगस्त तो बाद पंजाब की कैबिनेट दे विच फेर बदल हो सकता है, क्योंकि कैप्टन साहब ने कांग्रेस सुप्रीमो सोनिया गांधी दे नाल बैठक की है। वो प्रधानमंत्री नरेंद्र मोदी नूं भी मिले ने, अमित शाह जिहड़े कि गृह मंत्री ने उन्हां नूं भी मिले ने, ते सोनिया गांधी नूं मिलण दा कहंदे यही मकसद सी कि कैबिनेट दे विच फेर बदल, यानी कि किहड़े मंत्री नूं खुंडे लाइन लाउणा है, किहड़े नूं नवीं जिहड़ी कार देनी हैगी है, ते किहड़े मंत्री नूं किहड़ा मंत्राला बदल के देना है। ते हुण खबर है कि अगले कुछ दिनों तक जां कह लईए कि अगले हफ्ते, क्योंकि
ਇਸ ਹਫਤੇ 'ਚ ਤਾਂ 2-3 ਦਿਨ ਨੇ ਜਿਹੜੇ ਬਾਕੀ ਰਹਿ ਗਏ ਨੇ। ਅਗਲੇ ਹਫਤੇ ਹਰੀਸ਼ ਰਾਵਤ ਚੰਡੀਗੜ੍ਹ ਆ ਰਹੇ ਨੇ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਪੰਜਾਬ ਸਰਕਾਰ ਤੇ ਪਾਰਟੀ ਦੀ ਸੂਬਾ ਇਕਾਈ ਨੂੰ ਮਿਲ ਕੇ ਕੰਮ ਕਰਨ ਦੀ ਸਲਾਹ ਵੀ ਦਿੱਤੀ। ਗਾਂਧੀ ਨੇ ਰਾਵਤ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਆਪੋ ਆਪਣੀਆਂ ਹੱਦਾਂ ਵਿੱਚ ਰਹਿ ਕੇ ਕੰਮ ਕਰਨ ਤੇ ਇੱਕ ਦੂਸਰੇ ਦਾ ਸਹਿਯੋਗ ਵੀ ਕਰਦੇ ਰਹਿਣ। ਇਸ ਸੂਤਰਾਂ ਦੇ ਹਵਾਲੇ ਨਾਲ ਖਬਰ ਹੈ। ਸਿੱਖਿਆ ਪ੍ਰਣਾਲੀ ਦੇ ਮਾਮਲੇ ਵਿੱਚ ਭਾਰਤ ਦਾ ਬੇਹੱਦ ਬੁਰਾ ਹਾਲ ਹੈ। ਸਰਕਾਰ ਨੇ ਖੁਦ ਕਬੂਲਿਆ ਕਿ 15 ਕਰੋੜ ਬੱਚੇ ਹਾਲੇ ਵੀ ਵਿਦਿਆ ਤੋਂ ਵਾਂਝੇ ਨੇ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਖੁਦ ਇਹ ਕਬੂਲਿਆ ਹੈ। ਉਹਨਾਂ ਦੱਸਿਆ ਕਿ ਦੇਸ਼ ਦੀ ਸਾਖਰਤਾ ਪ੍ਰਣਾਲੀ ਲਗਭਗ 25 ਕਰੋੜ ਦੀ ਆਬਾਦੀ ਦੀ ਪਹੁੰਚ ਤੋਂ ਬਾਹਰ ਹੈ। ਕੈਬਨਿਟ ਮੰਤਰੀ ਧਰਮਿੰਦਰ ਪ੍ਰਧਾਨ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੀ ਸਾਲਾਨਾ ਮੀਟਿੰਗ ਦੇ ਮੌਕੇ ਸੈਸ਼ਨ ਦੇ ਵਿੱਚ ਰੁਜ਼ਗਾਰ ਉਤਪਤੀ ਤੇ ਉਦਮਤਾ ਵਿਸ਼ੇ ਤੇ ਸੰਬੋਧਨ ਕਰ ਰਹੇ ਸੀ। ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਜੇ ਅਸੀਂ 3 ਤੋਂ 22 ਸਾਲ ਦੀ ਉਮਰ ਦੇ ਬੱਚਿਆਂ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਸਰਕਾਰੀ, ਪ੍ਰਾਈਵੇਟ ਤੇ ਚੈਰੀਟੇਬਲ ਸਕੂਲਾਂ, ਆਂਗਣਵਾੜੀਆਂ, ਉੱਚ ਵਿਦਿਅਕ ਸੰਸਥਾਵਾਂ ਤੇ ਹੁਨਰ ਵਾਤਾਵਰਣ ਪ੍ਰਣਾਲੀ ਨਾਲ ਜੁੜੀਆਂ ਸਾਰੀਆਂ ਪ੍ਰਣਾਲੀਆਂ ਦੇ ਵਿੱਚ ਪੜ੍ਹ ਰਹੇ ਬੱਚਿਆਂ ਤੇ ਨੌਜਵਾਨਾਂ ਦੀ ਗਿਣਤੀ ਲਗਭਗ 35 ਕਰੋੜ ਹੈ। ਦੇਸ਼ ਦੀ ਆਬਾਦੀ ਹੈ ਜਿਹੜੀ ਇਸ ਉਮਰ ਗਰੁੱਪ ਦੇ ਵਿੱਚ ਲਗਭਗ 50 ਕਰੋੜ ਹੈ। 15 ਕਰੋੜ ਬੱਚੇ ਤੇ ਨੌਜਵਾਨ ਹਾਲੇ ਵੀ ਸਿੱਖਿਆ ਪ੍ਰਣਾਲੀ ਤੋਂ ਬਾਹਰ ਨੇ। ਉੱਤਰਾਖੰਡ ਦੇ ਅਲਮੋੜਾ ਤੋਂ ਖਬਰ ਹੈ, ਜਿੱਥੇ ਅਲਮੋੜਾ ਦੇ ਵਿੱਚ ਇੱਕ 500 ਸਾਲਾ ਇਤਿਹਾਸਿਕ ਗੁਰਦੁਆਰਾ ਜਿਹੜਾ ਉਹ ਘਾਹ ਦੇ ਵਿੱਚ ਲੁਕੇ ਹੋਣ ਦੀ ਖਬਰ ਮਿਲੀ ਹੈ। ਹਾਲਤ ਗੁਰਦੁਆਰਾ ਸਾਹਿਬ ਦੀ ਬਹੁਤ ਖਸਤਾ ਹੋ ਚੁੱਕੀ ਹੈ ਤੇ ਗੁਰਦੁਆਰਾ ਘਾਹ ਦੇ ਨਾਲ ਪੂਰੀ ਤਰ੍ਹਾਂ ਲਿਪਟਿਆ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਕਦੇ ਆ ਕੇ ਬਿਰਾਜੇ ਸੀ। ਇਹ ਜਿਹੜਾ ਦਾਵਾ ਹੈ ਉੱਥੋਂ ਨਿਕਲੀ ਵੀਡੀਓ ਤੋਂ ਕੀਤਾ ਜਾ ਰਿਹਾ ਹੈ। ਹੁਣ ਇਸ ਗੁਰਦੁਆਰਾ ਸਾਹਿਬ ਦੀ ਹਾਲਤ ਖਸਤਾ ਹੋ ਚੁੱਕੀ ਹੈ। ਗੁਰਦੁਆਰਾ ਸਾਹਿਬ ਦਾ ਸਿਰਫ ਇੱਕ ਗੁੰਬਦ ਹੀ ਦਿਖਾਈ ਦੇ ਰਿਹਾ ਹੈ। ਆਲੇ ਦੁਆਲੇ ਗੋਡਿਆਂ ਤੋਂ ਵੀ ਉੱਪਰ ਘਾਹ ਹੈ ਜਿਹੜਾ ਉਹ ਉੱਗਿਆ ਹੋਇਆ ਹੈ। ਜਿਹੜੇ ਉੱਥੋਂ ਦੇ ਸਿੱਖ ਨੇ ਉਹਨਾਂ ਨੇ ਉੱਤਰਾਖੰਡ ਦੀਆਂ ਸਾਰੀਆਂ ਸਿੱਖ ਸੰਸਥਾਵਾਂ ਨੂੰ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਕਰਨ ਦੀ ਮੰਗ ਕੀਤੀ ਹੈ। ਸੋ ਸਿੱਖਾਂ ਦੀ ਸ਼੍ਰੋਮਣੀ ਸੰਸਥਾ SGPC ਨੂੰ ਵੀ ਇਸ ਮਾਮਲੇ ਦੇ ਵਿੱਚ ਬੜਾ ਧਿਆਨ ਦੇਣ ਦੀ ਲੋੜ ਹੈ। ਇਹ ਜਿਹੜਾ ਪੁਖਤਾ ਕਰਨ ਦੀ ਲੋੜ ਹੈ ਸਿੱਖ ਜਥੇਬੰਦੀਆਂ ਨੂੰ ਕਿ ਇਹ ਇਤਿਹਾਸਿਕ ਗੁਰਦੁਆਰਾ ਕੀ ਸੱਚਮੁੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਨਾਲ ਜੁੜਿਆ ਹੋਇਆ ਤੇ ਜੇ ਉਹਨਾਂ ਦੇ ਕਰ ਕਮਲਾਂ ਦੇ ਨਾਲ ਸੁਸ਼ੋਭਿਤ ਹੈ ਤਾਂ ਜ਼ਰੂਰ ਇਸ ਅਸਥਾਨ ਨੂੰ ਸਾਂਭਿਆ ਜਾਣਾ ਚਾਹੀਦਾ ਹੈ। 1984 ਸਿੱਖ ਕਤਲੇਆਮ ਦੇ ਨਾਲ ਜੁੜੀ ਹੋਈ ਖਬਰ ਹੈ। ਸ਼ਾਇਦ ਹੁਣ ਤਾਂ ਸਭ ਨੂੰ ਪਤਾ ਲੱਗ ਗਿਆ ਹੋਣਾ ਕਿ 1984 ਨਵੰਬਰ ਦੇ ਵਿੱਚ ਸਿਰਫ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਨਹੀਂ ਹੋਇਆ ਸੀ। ਦਿੱਲੀ ਤੋਂ ਬਾਹਰ ਕਈ ਸੂਬਿਆਂ ਦੇ ਵਿੱਚ ਹੋਇਆ ਸੀ। ਯੂਪੀ ਦੇ ਕਾਨਪੁਰ ਦੇ ਵਿੱਚ ਵੀ ਹੋਇਆ ਸੀ। ਯੂਪੀ ਦੇ ਵਿੱਚ ਇਸ ਕਤਲੇਆਮ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਕਾਨਪੁਰ ਦੇ ਇੱਕ ਘਰ ਦੇ ਵਿੱਚੋਂ ਮਨੁੱਖੀ ਸਰੀਰ ਦੇ ਹਿੱਸੇ ਬਰਾਮਦ ਕੀਤੇ ਨੇ। ਇਹ ਘਰ ਕਈ ਸਮੇਂ ਤੋਂ ਬੰਦ ਪਿਆ ਸੀ, ਕਈ ਸਾਲਾਂ ਤੋਂ। ਇਹ ਘਰ ਉਸ ਵੇਲੇ ਕਤਲੇਆਮ ਦੌਰਾਨ ਮਾਰੇ ਗਏ ਸਿੱਖ ਤੇਜ ਪ੍ਰਤਾਪ ਸਿੰਘ ਤੇ ਉਹਨਾਂ ਦੇ ਪੁੱਤਰ ਸਤਪਾਲ ਸਿੰਘ ਦਾ ਜੋ ਕਤਲੇਆਮ ਦੇ ਵਿੱਚ ਕਤਲ ਕਰ ਦਿੱਤੇ ਗਏ ਸੀ। ਜਦੋਂ ਕਤਲੇਆਮ ਹੋਇਆ ਤਾਂ ਮਾਰੇ ਗਏ ਸਿੱਖਾਂ ਦੀਆਂ ਲਾਸ਼ਾਂ ਨੂੰ ਸਾੜ ਦਿੱਤਾ ਗਿਆ ਸੀ ਤੇ ਕਈ ਥਾਂ ਤੇ ਤਾਂ ਜਿਉਂਦੇ ਸਿੱਖਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਹ ਪਰਿਵਾਰ ਰਿਫਿਊਜੀ ਕੈਂਪ 'ਚ ਚਲਾ ਗਿਆ ਤੇ ਉੱਥੋਂ ਪੰਜਾਬ ਜਾ ਕੇ ਵਸ ਗਿਆ। ਪਰਿਵਾਰ ਦੇ ਵੱਲੋਂ ਇਹ ਘਰ ਵੇਚ ਦਿੱਤਾ ਗਿਆ ਤੇ ਘਰ ਦੇ ਨਵੇਂ ਮਾਲਕਾਂ ਨੇ ਘਰ ਦੇ ਉਹ 2 ਕਮਰੇ ਕਦੇ ਵੀ ਨਹੀਂ ਖੋਲੇ ਜਿੱਥੇ ਕਤਲੇਆਮ ਹੋਇਆ ਸੀ। ਘਰ ਦੇ ਨਵੇਂ ਮਾਲਕ ਘਰ ਦੀ ਪਹਿਲੀ ਮੰਜ਼ਲ ਤੇ ਰਹਿੰਦੇ ਨੇ। SIT ਫੋਰੈਂਸਿਕ ਮਾਹਿਰਾਂ ਦੇ ਨਾਲ ਘਰ 'ਚ ਦਾਖਲ ਹੋਈ। ਮੌਕੇ ਤੇ ਗਵਾਹ ਵੀ ਹਾਜ਼ਰ ਸਨ। SP ਤੇ SIT ਦੇ ਮੈਂਬਰ ਬਲਿੰਦਰ ਭੂਸ਼ਣ ਨੇ ਦੱਸਿਆ ਕਿ ਫੋਰੈਂਸਿਕ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਸੈਂਪਲ ਲਏ ਗਏ ਨੇ ਉਹ ਮਨੁੱਖੀ ਸਰੀਰ ਦਾ ਹਿੱਸਾ ਨੇ। SIT ਨੇ ਤੇਜ ਪ੍ਰਤਾਪ ਸਿੰਘ ਦੇ ਦੂਸਰੇ ਪੁੱਤਰ ਚਰਨਜੀਤ ਸਿੰਘ ਦੇ ਬਿਆਨ ਵੀ ਦਰਜ ਕੀਤੇ ਨੇ। ਚਰਨਜੀਤ ਸਿੰਘ ਆਪਣੀ ਪਤਨੀ ਤੇ ਪਰਿਵਾਰ ਦੇ ਨਾਲ ਹੁਣ ਦਿੱਲੀ ਰਹਿੰਦੇ ਨੇ। ਚਰਨਜੀਤ ਨੇ ਕਤਲ ਕਰਨ ਵਾਲੇ ਲੋਕਾਂ ਦੇ ਨਾਮ ਵੀ ਸਿੱਟ ਦੇ ਕੋਲ ਦਰਜ ਕਰਵਾਏ ਨੇ। ਇੰਡੀਅਨ ਐਕਸਪ੍ਰੈਸ ਦੇ ਵਿੱਚ ਇਹ ਰਿਪੋਰਟ ਛਪੀ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਯੋਗੀ ਆਦਿੱਤਿਆਨਾਥ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਹੈ ਜਿਹੜੀ ਉਹ ਕਾਨਪੁਰ ਕਤਲੇਆਮ ਦੀ ਜਾਂਚ ਕਰ ਰਹੀ ਹੈ। ਦਿੱਲੀ ਤੋਂ ਬਾਅਦ ਸਭ ਤੋਂ ਜ਼ਿਆਦਾ ਸਿੱਖ ਨੇ ਜਿਹੜੇ ਉਹ ਕਾਨਪੁਰ ਦੇ ਵਿੱਚ ਹੀ ਮਾਰੇ ਗਏ ਸੀ। 127 ਗਿਣਤੀ ਸੀ। ਤੇਜ ਪ੍ਰਤਾਪ ਸਿੰਘ ਦੀ ਪਤਨੀ, ਇੱਕ ਹੋਰ ਪੁੱਤਰ ਤੇ ਨੂੰਹ ਘਰ ਛੱਡ ਕੇ ਚਲੇ ਗਏ ਸੀ ਤੇ ਇਸ ਮਾਮਲੇ ਵਿੱਚ FIR ਇੱਕ ਸਬ ਇੰਸਪੈਕਟਰ ਨੇ ਦਰਜ ਕਰਵਾਈ ਸੀ। ਹਰ ਸਾਲ 29 ਅਗਸਤ ਨੂੰ ਹੋਣ ਵਾਲਾ ਕੌਮੀ ਖੇਡ ਪੁਰਸਕਾਰ ਸਮਾਰੋਹ ਇਸ ਵਾਰ 29 ਅਗਸਤ ਨੂੰ ਨਹੀਂ ਹੋਵੇਗਾ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਚੋਣ ਪੈਨਲ ਟੋਕੀਓ ਪੈਰਾਲੰਪਿਕਸ ਦੇ ਵਿੱਚ ਹਿੱਸਾ ਲੈਣ ਵਾਲੇ ਪੈਰਾ ਐਥਲੀਟਾਂ ਦੇ ਪ੍ਰਦਰਸ਼ਨ ਨੂੰ ਵੀ ਸ਼ਾਮਲ ਕਰੇ। ਪੈਰਾਲੰਪਿਕਸ ਖੇਡਾਂ ਟੋਕੀਓ ਦੇ ਵਿੱਚ 24 ਅਗਸਤ ਤੋਂ 5 ਸਤੰਬਰ ਤੱਕ ਹੋਣਗੀਆਂ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਪੁਰਸਕਾਰ ਜੇਤੂਆਂ ਦੀ ਚੋਣ ਕਰਨ ਲਈ ਚੋਣ ਪੈਨਲ ਬਣਾ ਦਿੱਤਾ ਗਿਆ ਤੇ ਚੋਣ ਪ੍ਰਕਿਰਿਆ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਕੁਝ ਹੋਰ ਸਮੇਂ ਦਾ ਇੰਤਜ਼ਾਰ ਕਰਨਾ ਪਏਗਾ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ। ਧੰਨਵਾਦ।